ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਅਮਰੀਕਾ ਕੂੜਾਦਾਨ ਹੈ, ਇਹ ਡੋਨਲਡ ਟਰੰਪ ਕਹਿ ਰਹੇ ਨੇ। ਡੋਨਲਡ ਟਰੰਪ ਉਹਨਾਂ ਨੇ ਬਲੈਕ ਵੋਟਰਸ ਦਾ, ਲੈਟੀਨੋ ਵੋਟਰਸ ਦਾ ਅਪਮਾਨ ਕੀਤਾ। ਐਰੀਜ਼ੋਨਾ ਦੀ ਇੱਕ ਰੈਲੀ ਦੇ ਵਿੱਚ ਉਹਨਾਂ ਨੇ ਜੋ ਬਾਈਡਨ ਦੇ ਪ੍ਰਸ਼ਾਸਨ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਨੀਤੀਆਂ ਨੇ ਉਹਨਾਂ ਦੇ ਕਾਰਨ ਦੇਸ਼ ਨੂੰ ਕੂੜਾ ਕਰਕਟ ਕਿਹਾ। ਅਸੀਂ ਇੱਕ ਕੂੜੇ ਦੇ ਡੱਬੇ ਵਾਂਗ ਹਾਂ। ਤੁਸੀਂ ਜਾਣਦੇ ਹੋ, ਇਹ ਪਹਿਲੀ ਵਾਰ ਹੈ ਜਦੋਂ ਮੈਂ ਇਹ ਕਹਿ ਰਿਹਾ। ਇਹ ਟਰੰਪ ਕਹਿ ਰਹੇ ਨੇ ਤੇ ਹਰ ਵਾਰ ਜਦੋਂ ਮੈਂ ਆ ਕੇ ਗੱਲ ਕਰਦਾ ਕਿ ਉਹਨਾਂ ਨੇ ਸਾਡੇ ਦੇਸ਼ ਨਾਲ ਕੀ ਕੀਤਾ, ਮੈਨੂੰ ਗੁੱਸਾ ਆਉਂਦਾ। ਮੈਂ ਪਹਿਲੀ ਵਾਰ ਕਿਹਾ ਕਿ ਕੂੜਾ ਹੋ ਸਕਦਾ, ਔਰ ਤੁਸੀਂ ਜਾਣਦੇ ਹੋ ਮੈਂ ਬਿਲਕੁਲ ਠੀਕ ਕਹਿ ਰਿਹਾ। ਇਹ ਪ੍ਰਵਾਸੀਆਂ ਦੇ ਲਈ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਨੇ ਡੋਨਲਡ ਟਰੰਪ। ਐਰੀਜ਼ੋਨਾ ਦੇ ਵਿੱਚ ਇੱਕ ਸਵਿੰਗ ਸਟੇਟ ਆ, ਜਿੱਦਾਂ ਦੋਵੇਂ ਕੈਂਡੀਡੇਟ ਕਮਲਾ ਹੈਰਿਸ ਤੇ ਡੋਨਲਡ ਟਰੰਪ ਸਵਿੰਗ ਸਟੇਟਸ ਦੇ ਵਿੱਚ ਖਾਸ ਤੌਰ ਤੇ ਜਾ ਰਹੇ ਨੇ ਤਾਂ ਕਿ ਵੋਟਾਂ ਜਿੱਤ ਸਕਣ, ਇਲੈਕਸ਼ਨ ਜਿੱਤ ਸਕਣ ਔਰ ਆਪਣੀ ਸਥਿਤੀ, ਆਪਣੀ ਵਿਚਾਰਧਾਰਾ ਆਪਣੇ ਵੋਟਰਸ ਦੇ ਸਾਹਮਣੇ ਰੱਖਦੇ ਨੇ, ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਨੇ। ਇਹ ਡੋਨਲਡ ਟਰੰਪ ਦੀ ਪ੍ਰੈਜ਼ੈਂਟੇਸ਼ਨ ਹੈ। ਅਮਰੀਕਾ ਕੂੜਾਦਾਨ ਹੈ। ਇੰਡੀਆ ਇੰਟਰਨੈਸ਼ਨਲ, ਕੁਝ ਉਹ ਮੁੱਦੇ ਜੋ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ। ਸੋ ਡੋਨਲਡ ਟਰੰਪ, ਹੁਣ ਇਹ ਤਾਂ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਕਿ ਇੱਥੇ ਤੱਕ ਬੋਲ ਦੇਣਗੇ, ਪਰ ਬੋਲ ਦਿੱਤਾ। ਉਹਨਾਂ ਨੇ ਬੋਲ ਦਿੱਤਾ ਤੇ ਅਸੀਂ ਸੁਣ ਲਿਆ। ਹੁਣ ਸੁਣਨ ਤੋਂ ਬਾਅਦ ਇਹਦਾ ਵਿਸ਼ਲੇਸ਼ਣ ਕੀ ਕਰਨਾ, ਕੀ ਵਿਸ਼ਲੇਸ਼ਣ ਕੀਤਾ ਜਾਵੇ? ਮਤਲਬ ਸ਼ਬਦਾਵਲੀ, ਹੁਣ ਸ਼ਬਦਾਵਲੀ ਹਰੇਕ ਦੀ ਆਪਣੀ ਹੈ, ਹਰੇਕ ਚੁਣਦਾ ਕਿ ਕਿਹੜੇ ਕਿਹੜੇ ਸ਼ਬਦਾਂ ਦਾ ਮੈਂ ਇਸਤੇਮਾਲ ਕਰਨਾ ਹੈ, ਤੇ ਉਹਨਾਂ ਨੇ ਇਹਨਾਂ ਸ਼ਬਦਾਂ ਦਾ ਇਸਤੇਮਾਲ ਕੀਤਾ। ਦੁੱਖ ਦੀ ਗੱਲ ਤਾਂ ਹੈ, ਚੋਟ ਤਾਂ ਲੱਗਦੀ ਆ, ਪਰ ਇਹ ਸੱਚਾਈ ਹੈ, ਇਹ ਹਿਸਟਰੀ ਹੈ। ਆਉਣ ਵਾਲੀਆਂ ਜਨਰੇਸ਼ਨਸ ਯਾਦ ਰੱਖਣਗੀਆਂ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਸੇ ਹੀ ਦੇਸ਼ ਨੂੰ ਜਿਸ ਦੇ ਉਹ ਫਾਰਮਰ ਪ੍ਰੈਜ਼ੀਡੈਂਟ ਨੇ ਕੂੜਾਦਾਨ ਕਿਹਾ। ਕਿਉਂ? ਪ੍ਰਵਾਸੀ। ਦੇਖੋ, ਕਈ ਐਕਸਪਰਟਸ ਕਹਿੰਦੇ ਨੇ ਕਿ ਕੋਈ ਬਾਹਰੋਂ ਆ ਕੇ ਨਾ ਅਮਰੀਕਨਸ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਦੇ ਖੂਨ ਨੂੰ ਗੰਦਾ ਨਹੀਂ ਕਰ ਰਿਹਾ, ਕੋਈ ਨਹੀਂ ਕਰ ਰਿਹਾ। ਇਹ ਤੁਹਾਡੇ ਦਿਮਾਗ ਦੀ ਉਪਜ ਹੈ। ਹੁਣ ਇਹ ਨਫ਼ਰਤ ਕਿੱਥੋਂ ਤੱਕ ਜਾਏਗੀ? ਵੋਟ ਬੈਂਕ ਦੀ ਖਾਤਰ ਤੁਸੀਂ ਕੀ ਕੁਝ ਕਰੋਗੇ? ਹੁਣ ਇਹ ਹਿਸਟਰੀ ਹੈ। ਜੇ ਛੋਟੇ ਛੋਟੇ ਬੱਚੇ, ਯੰਗ ਜਨਰੇਸ਼ਨ ਇਹ ਗੱਲ ਨੂੰ ਸੁਣਦੇ ਨੇ, ਪੜ੍ਹਦੇ ਨੇ, ਵਿਚਾਰਦੇ ਨੇ, ਤੇ ਉਹਨਾਂ ਦੇ ਮਨਾਂ ਦੇ ਉੱਤੇ ਕੀ ਅਸਰ ਹੁੰਦਾ? ਛੋਟੇ ਬੱਚੇ ਦਾ ਮਨ ਤੇ ਬਿਲਕੁਲ ਕੋਰਾ ਕਾਗਜ਼ ਹੈ, ਜੋ ਲਿਖ ਦਿਓ ਲਿਖ ਦਿਓ। ਯੰਗ ਜਨਰੇਸ਼ਨ ਦਾ ਮਨ ਵੀ ਕੋਈ ਬਹੁਤਾ ਡਿਵੈਲਪ ਨਹੀਂ ਹੋਇਆ ਹੁੰਦਾ, ਬਚਪਨਾ ਹੈ। ਉਹਨਾਂ ਦੇ ਮਨ ਦੇ ਉੱਤੇ ਵੀ ਜੋ ਤਸਵੀਰ ਛਾਪ ਦਿਓ ਛਾਪ ਦਿਓ। ਹੁਣ ਇਹ ਕਿੱਦਾਂ ਦੀ ਤਸਵੀਰ ਛਾਪਣ ਲੱਗੇ ਨੇ ਡੋਨਲਡ ਟਰੰਪ? ਪੋਟੈਂਸ਼ੀਅਲ ਰਸਤੇ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ ਜਿੱਤ ਹਾਸਿਲ ਕਰਨ ਵਾਸਤੇ, ਕਿਉਂਕਿ ਚੋਣਾਂ 'ਚ ਜਿੱਤਣਾ ਹੈ। ਹੁਣ ਇਹ ਪੋਟੈਂਸ਼ੀਅਲ ਰਸਤੇ ਕੀ ਹੋ ਸਕਦੇ ਨੇ? ਦੇਖੋ, ਸਿੱਧਾ ਸਾਦਾ ਰਸਤਾ ਤਾਂ ਇਹੀ ਹੈ ਕਿ ਤੁਸੀਂ ਵਧੀਆ ਕੰਮ ਕਰੋ, ਵਧੀਆ ਸੋਚ ਦੇ ਨਾਲ, ਤਾਂ ਲੋਕੀ ਆਪੇ ਤੁਹਾਨੂੰ ਪਸੰਦ ਕਰਨਗੇ। ਪਰ ਜਦੋਂ ਤੁਸੀਂ ਇਨਸਿਕਿਉਰ ਫੀਲ ਕਰਦੇ ਹੋ, ਜਾਂ ਫਿਰ ਆਪਣੇ ਆਪ ਦੇ ਉੱਤੇ ਕੌਨਫੀਡੈਂਸ ਨਹੀਂ, ਜਾਂ ਫਿਰ ਲੱਗਦਾ ਨਹੀਂ ਕਿ ਮੈਂ ਚੰਗੇ ਕੰਮ ਕੀਤੇ ਨੇ ਜਾਂ ਮੇਰੀ ਸੋਚ ਚੰਗੀ ਹੈ, ਤਾਂ ਫਿਰ ਤੁਸੀਂ ਇਹੋ ਜਿਹੀਆਂ ਗੱਲਾਂ ਬੋਲਦੇ ਹੋ ਜੋ ਮਿਆਰ ਤੋਂ ਥੱਲੀਆਂ ਨੇ, ਔਰ ਕਿਤੇ ਵੀ ਤੁਸੀਂ ਇਹ ਕੋਸ਼ਿਸ਼ ਕਰਦੇ ਹੋ ਕਿ ਇਮੋਸ਼ਨਲੀ ਚਾਰਜ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾਵੇ। ਇੱਕ ਮਾਡਲ ਨੇ ਵੀ ਇਲਜ਼ਾਮ ਲਗਾਇਆ ਡੋਨਲਡ ਟਰੰਪ ਦੇ ਉੱਤੇ ਕਿ 90s ਵਿੱਚ ਕਿਸੇ ਫੰਕਸ਼ਨ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ ਡੋਨਲਡ ਟਰੰਪ ਦੇ ਨਾਲ, ਇੱਕ ਫਰੈਂਡ ਦੇ ਜ਼ਰੀਏ, ਕਾਮਨ ਫਰੈਂਡ ਦੇ ਜ਼ਰੀਏ। ਫਿਰ ਉਸ ਤੋਂ ਬਾਅਦ ਉਹ ਕਾਮਨ ਫਰੈਂਡ ਹੀ ਉਹਨਾਂ ਨੂੰ ਮਿਲਵਾਉਣ ਲੈ ਕੇ ਗਿਆ ਟਰੰਪ ਟਾਵਰ, ਉਹਨਾਂ ਦੀ ਪ੍ਰਾਪਰਟੀ 'ਤੇ। ਉੱਥੇ ਫਿਰ ਬੜੀ ਗਰਮਜੋਸ਼ੀ ਨਾਲ ਮਿਲੇ। ਤਾਂ ਉਹ ਮਿਲਣ ਦੇ ਦੌਰਾਨ ਜਿਸ ਤਰ੍ਹਾਂ ਟੱਚ ਕਰ ਰਹੇ ਸੀ ਉਸ ਮਾਡਲ ਨੂੰ ਡੋਨਲਡ ਟਰੰਪ, ਉਹ ਅਨਕੰਫਰਟੇਬਲ ਹੋ ਗਈ ਮਾਡਲ, ਕਿਉਂਕਿ ਉਹਨਾਂ ਦਾ ਟੱਚ ਕਰਨਾ ਠੀਕ ਤਰੀਕਾ ਨਹੀਂ ਲੱਗਾ ਉਹਨਾਂ ਨੂੰ। ਤੇ ਉਹ ਜਦੋਂ ਵਾਪਸ ਆਏ ਤਾਂ ਉਸ ਕਾਮਨ ਫਰੈਂਡ ਦੇ ਨਾਲ ਝਗੜਾ ਵੀ ਹੋਇਆ ਇਸ ਗੱਲ ਦੇ ਉੱਤੇ, ਔਰ ਕਾਮਨ ਫਰੈਂਡ ਕਹਿਣ ਲੱਗੇ ਫਿਰ ਕੀ ਹੋਇਆ,
ਇਸ ਦੇ ਨਾਲ ਕਹਿੰਦੇ ਸਾਡੇ ਰਿਲੇਸ਼ਨਸ ਵੀ ਖਰਾਬ ਹੋਏ। ਔਰ ਉਸ ਕਾਮਨ ਫਰੈਂਡ ਨੇ ਬਾਅਦ ਦੇ ਵਿੱਚ, ਇਹ ਵੀ ਹਿਸਟਰੀ ਹੈ ਕਿ ਜੇਲ੍ਹ ਦੇ ਵਿੱਚ ਸੁਸਾਈਡ ਕੀਤਾ, ਇਹ ਉਹਨਾਂ ਦੀ ਹਿਸਟਰੀ ਆ। ਸੋ ਇਹ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ, ਇਹ ਹਿਸਟਰੀ ਕੀ, ਆਪਾਂ ਉਸ ਡਿਟੇਲ ਵਿੱਚ ਨਾ ਜਾਈਏ, ਆਪਾਂ ਡਿਟੇਲ ਇੱਥੇ ਰੱਖਦੇ ਹਾਂ ਇਲੈਕਸ਼ਨਸ ਦੇ ਆਲੇ ਦੁਆਲੇ, ਕਿ ਇਲੈਕਸ਼ਨਸ ਦੇ ਉਹਦਾ ਕੀ ਪ੍ਰਭਾਵ ਪਏਗਾ। ਜੋ ਉਸ ਸਾਬਕਾ ਮਾਡਲ ਨੇ, ਫਾਰਮਰ ਮਾਡਲ ਨੇ ਇਹ ਇਲਜ਼ਾਮ ਲਗਾਇਆ, ਹਾਲਾਂਕਿ ਡੋਨਲਡ ਟਰੰਪ ਦੀ ਟੀਮ ਕਹਿ ਰਹੀ ਹੈ ਕਿ ਬਿਲਕੁਲ ਗਲਤ ਹੈ, ਡੈਮੋਕ੍ਰੇਟਸ ਨੇ ਇਹ ਇੱਕ ਸਾਜ਼ਿਸ਼ ਰਚੀ ਹੈ ਔਰ ਉਸੇ ਸਾਜ਼ਿਸ਼ ਦੇ ਤਹਿਤ ਇਹ ਮਾਡਲ ਇੱਦਾਂ ਦੀਆਂ ਗੱਲਾਂ ਕਰ ਰਹੀ ਹੈ। ਔਰ ਉਹ ਵੀ ਉਦੋਂ ਜਦੋਂ ਵੋਟਾਂ ਕੁਝ ਇੱਕ ਦਿਨ ਦੂਰ ਰਹਿ ਗਏ ਨੇ, 2 ਹਫ਼ਤੇ ਮਸਾਂ ਅਰਲੀ ਵੋਟਿੰਗ ਹੋ ਰਹੀ ਆ, ਉਹਦੀਆਂ ਵੀ ਗੱਲਾਂ ਚੱਲਦੀਆਂ ਪਈਆਂ ਨੇ ਕਿ ਅਰਲੀ ਵੋਟਿੰਗ ਦਾ ਕੀ ਪ੍ਰਭਾਵ ਪਏਗਾ ਇਲੈਕਸ਼ਨਸ ਦੇ ਰਿਜ਼ਲਟਸ ਦੇ ਉੱਤੇ। ਤੇ ਡੋਨਲਡ ਟਰੰਪ ਤੇ ਉਹਦੇ ਖਿਲਾਫ ਬੋਲਦੇ ਹੀ ਰਹਿੰਦੇ ਨੇ, ਕਿਉਂਕਿ ਜੋ ਬਾਈਡਨ ਨੂੰ ਉਹਦਾ ਕਾਫੀ ਫਾਇਦਾ ਹੋਇਆ ਸੀ ਲਾਸਟ ਇਲੈਕਸ਼ਨਸ ਦੇ ਵਿੱਚ, ਔਰ ਦੇਖਦੇ ਹਾਂ ਕਿ ਇਸ ਵਾਰ ਕਮਲਾ ਹੈਰਿਸ ਨੂੰ ਉਹਦਾ ਫਾਇਦਾ ਹੁੰਦਾ ਕਿ ਨਹੀਂ ਹੁੰਦਾ। ਸੋ ਅਮਰੀਕਾ ਕੂੜਾਦਾਨ ਹੈ, ਇਹ ਵੀ ਗੱਲ ਸਾਹਮਣੇ ਆਈ। ਸਾਬਕਾ ਮਾਡਲ ਨੇ ਨਵੇਂ ਦੋਸ਼ ਲਾਏ, ਜਿੱਦਾਂ ਦੇ ਦੋਸ਼ ਪਹਿਲਾਂ ਵੀ ਲੱਗਦੇ ਰਹੇ ਨੇ, ਔਰ ਕਈ ਤਰ੍ਹਾਂ ਦੇ ਕੇਸਿਸ ਵੀ ਪੈਂਡਿੰਗ ਨੇ ਡੋਨਲਡ ਟਰੰਪ ਦੇ ਖਿਲਾਫ। ਹੁਣ ਇਹ ਪਿਛੋਕੜ ਕਿੱਦਾਂ ਦਾ ਹੈ, ਇਹ ਤੇ ਕੋਰਟ ਦੱਸੇਗੀ ਜਦੋਂ ਪੂਰੀ ਐਵੀਡੈਂਸ ਤੇ ਪੂਰੇ ਗਵਾਹਾਂ ਦੇ ਸਿਰ ਦੇ ਉੱਤੇ ਖੁਲਾਸੇ ਹੋਣਗੇ ਤੇ ਮੀਡੀਆ ਦੇ ਵਿੱਚ ਰਿਪੋਰਟਿੰਗ ਹੋਏਗੀ, ਕੋਰਟਸ ਵੱਲੋਂ ਸਾਰੇ ਖੁਲਾਸੇ ਪਬਲਿਕ ਡੋਮੇਨ ਦੇ ਵਿੱਚ ਲਿਆਂਦੇ ਜਾਣਗੇ। ਔਰ ਨਾਲ ਇਹਨਾਂ ਦੇ ਸਪੋਰਟਰ ਜਿਹੜੇ ਨੇ ਉਹ ਵੀ ਇੱਕ ਪ੍ਰਵਾਸੀ ਨੇ, ਐਲੋਨ ਮਸਕ, ਔਰ ਉਹ ਇਹਨਾਂ ਦੇ ਜੰਮ ਕੇ ਸਪੋਰਟਰ ਨੇ। ਦੇਖੋ ਪਹਿਲਾਂ ਤੇ ਐਲੋਨ ਮਸਕ ਆਪਣਾ ਟੈਕਨੀਕਲ ਫੀਲਡ ਦੇ ਹੈ ਨਾ, ਉਹਨਾਂ ਦੀ ਆਪਣੀ ਟੈਕਨੀਕੈਲਿਟੀਜ਼ ਔਰ ਸਪੇਸ ਸਾਇੰਸ ਇਹ ਸਭ ਕੁਝ ਕਾਫੀ ਚਮਕੇ, ਕਾਫੀ ਅੱਗੇ ਆਏ। ਹੌਲੀ ਹੌਲੀ ਪੋਲੀਟੀਕਲ ਹੁੰਦੇ ਗਏ, ਪੋਲੀਟੀਕਲ ਨਾਲ ਨਾਲ ਸਪੋਰਟ ਕਰਦੇ ਗਏ। ਪਹਿਲਾਂ ਡੈਮੋਕ੍ਰੇਟਸ ਵੱਲ ਸੀ, ਫਿਰ ਸ਼ਿਫਟ ਹੋ ਕੇ ਹੁਣ ਰਿਪਬਲਿਕਨਸ ਵੱਲ ਨੇ। ਤਾਂ ਇਹ ਪੋਲੀਟਿਕਸ ਉਹਨਾਂ ਦਾ ਇੱਕ ਸਾਈਡ ਬਿਜ਼ਨਸ ਰਿਹਾ ਔਰ ਹੁਣ ਉਹਨਾਂ ਦਾ ਲੱਗਦਾ ਮੇਨ ਬਿਜ਼ਨਸ ਹੋਣ ਜਾ ਰਿਹਾ, ਕਿਉਂਕਿ ਡੋਨਲਡ ਟਰੰਪ ਵੀ ਬਿਜ਼ਨਸਮੈਨ ਤੋਂ ਪੋਲੀਟੀਸ਼ੀਅਨ ਬਣੇ ਨੇ, ਔਰ ਇਹ ਵੀ ਸ਼ਾਇਦ ਬਿਜ਼ਨਸਮੈਨ ਤੋਂ ਪੋਲੀਟੀਸ਼ੀਅਨ ਬਣਨ ਦਾ ਇਹਨਾਂ ਨੂੰ ਵੀ ਚਸਕਾ ਲੱਗਾ ਜਾਂ ਸ਼ੌਕ ਚੜ੍ਹ ਗਿਆ, ਸ਼ਾਇਦ ਇਹ ਵੀ ਅੱਗੇ ਜਾ ਕੇ ਪੋਲੀਟੀਸ਼ੀਅਨ ਬਣ ਜਾਣ। ਕਿਉਂਕਿ ਅੱਜ ਦੀ ਦੁਨੀਆ 'ਚ ਇਹ ਨਹੀਂ ਪਤਾ ਲੱਗਦਾ ਕਿ ਜਿਹੜਾ ਪੋਲੀਟੀਸ਼ੀਅਨ ਹੈ ਉਹ ਬਿਜ਼ਨਸਮੈਨ ਹੈ ਕਿ ਬਿਜ਼ਨਸਮੈਨ ਜਿਹੜਾ ਹੈ ਉਹ ਪੋਲੀਟੀਸ਼ੀਅਨ ਹੈ, ਇਹ ਮਿਕਸ ਹੀ ਹੋ ਗਿਆ, ਪਤਾ ਨਹੀਂ ਲੱਗਦਾ। ਪੋਲੀਟੀਸ਼ੀਅਨ ਬਿਜ਼ਨਸਮੈਨ ਵਾਕਣ ਗੱਲ ਕਰਦੇ ਨੇ ਤੇ ਬਿਜ਼ਨਸਮੈਨ ਪੋਲੀਟੀਸ਼ੀਅਨ ਬਣਦੇ ਪਏ ਨੇ, ਕਿਉਂਕਿ ਪੈਸੇ ਦੀ ਕਮੀ ਨਹੀਂ ਹੈ, ਜਿੰਨਾ ਮਰਜ਼ੀ ਖਰਚੋ, ਖਰਚਦੇ ਪਏ ਨੇ। ਡੋਨਲਡ ਟਰੰਪ ਨੂੰ ਬਣਾਉਣ ਵਾਸਤੇ ਪ੍ਰੈਜ਼ੀਡੈਂਟ ਆਫ ਅਮਰੀਕਾ ਸੈਕਿੰਡ ਟਰਮ, ਔਰ ਐਲਨ ਮਸਕ ਦੇ ਹੋਰ ਵੀ 2-3 ਸਾਥੀ ਨੇ, ਉਹ ਵੀ ਬੜੇ ਪੈਸੇ ਵਾਲੇ, ਉਹ ਵੀ ਸਾਰੇ ਪੈਸਾ ਲਾਉਣ ਲੱਗੇ ਹੋਏ ਨੇ। ਨਾ ਉਹ ਇੱਕ ਜਿਹੜਾ ਹੁਣ ਨਵਾਂ ਸ਼ਗੂਫਾ, ਨਵਾਂ ਤਮਾਸ਼ਾ ਸ਼ੁਰੂ ਕੀਤਾ ਗਿਆ, $1 ਮਿਲੀਅਨ ਅਮਰੀਕਨ ਡਾਲਰ ਹਰ ਰੋਜ਼। ਸੋ ਇਹ ਡਿਪਾਰਟਮੈਂਟ ਆਫ ਜਸਟਿਸ ਨੇ ਵੀ ਕਿਹਾ ਬਈ ਇਹ ਕੀ ਸ਼ੁਰੂ ਕੀਤਾ, ਇਹ ਇਲੀਗਲ ਆ, ਕਿਉਂਕਿ ਤੁਸੀਂ ਕਿਤੇ ਨਾ ਕਿਤੇ ਵੋਟਰਸ ਨੂੰ ਭਰਮਾ ਰਹੇ ਹੋ, ਕਿਉਂਕਿ ਜਿਸ ਕੈਂਪ ਨੂੰ ਤੁਸੀਂ ਸਪੋਰਟ ਕਰਦੇ ਹੋ ਜ਼ਾਹਿਰ ਤੌਰ ਤੇ ਉਹਦਾ ਅਸਰ ਤੇ ਪਏਗਾ ਨਾ ਵੋਟਰਸ ਦੇ ਮਨ ਦੇ ਉੱਤੇ ਕਿ ਤੁਸੀਂ ਡੋਨਲਡ ਟਰੰਪ ਦੇ ਕੈਂਪ ਨੂੰ ਸਪੋਰਟ ਕਰਦੇ ਹੋ। ਬਟ ਕਈ ਬਿਜ਼ਨਸਮੈਨ ਕਹਿੰਦੇ ਨੇ ਉਹ ਇਹ ਥੋੜ੍ਹਾ ਕਹਿ ਰਹੇ ਨੇ ਕਿ ਕਿਹਨੂੰ ਵੋਟ ਪਾਓ ਤੇ ਕਿਹਨੂੰ ਨਾ ਵੋਟ ਪਾਓ, ਉਹ ਤੇ ਡੈਮੋਕ੍ਰੇਸੀ ਨੂੰ ਮਜ਼ਬੂਤ ਕਰ ਰਹੇ ਨੇ, ਉਹ ਤੇ ਵੋਟਿੰਗ ਸਿਸਟਮ ਨੂੰ ਮਜ਼ਬੂਤ ਕਰ ਰਹੇ ਨੇ, ਉਹ ਤੇ ਲੋਕਾਂ ਨੂੰ ਇਹ ਦੱਸਦੇ ਪਏ ਨੇ ਕਿ ਤੁਹਾਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਆ, ਤੁਹਾਨੂੰ ਆਪਣੀ ਵੋਟ ਜ਼ਾਇਆ ਨਹੀਂ ਕਰਨੀ ਚਾਹੀਦੀ, ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਵੋਟ ਪਾਉਣ ਜਾਓ ਹੀ ਨਾ, ਨਹੀਂ ਨਹੀਂ ਤੁਹਾਨੂੰ ਵੋਟ ਪਾਉਣੀ ਚਾਹੀਦੀ। ਹੁਣ ਇਹੋ ਜਿਹੀਆਂ ਗੱਲਾਂ ਤੇ ਕਵਰ ਅਪ ਨੇ ਨਾ, ਬੁੱਧੂ ਤੇ ਕੋਈ ਵੀ ਨਹੀਂ, ਸਭ ਨੂੰ ਸਮਝ ਆ ਰਹੀ ਹੈ ਗੇਮ ਕੀ ਹੋ ਰਹੀ ਹੈ। ਕਿਤੇ ਸਟੀਵ ਜੌਬ ਦੀ ਵੀ ਐਗਜ਼ਾਮਪਲ ਦੇਣ ਲੱਗ ਪੈਂਦੇ ਨੇ ਕਿ ਕਿਤੇ ਨਾ ਕਿਤੇ ਉਹਨਾਂ ਨੇ ਤੇ ਡਾਇਰੈਕਟਲੀ ਕਹਿ ਦਿੱਤਾ ਸੀ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਕਿ ਕਿਹਨੂੰ ਉਹ ਸਪੋਰਟ ਕਰਦੇ ਨੇ ਜਾਂ ਕਿਹਨੂੰ ਵੋਟ ਪਾਉਣੀ ਚਾਹੀਦੀ ਹੈ। ਕਿੱਥੇ ਦੀ ਕਿੱਥੇ ਗੱਲ ਲੈ ਜਾਂਦੇ ਨੇ। ਪਰ ਐਟ ਪ੍ਰੈਜ਼ੈਂਟ ਜੋ ਚੱਲਦਾ ਪਿਆ, ਜੋ ਡਿਪਾਰਟਮੈਂਟ ਆਫ ਜਸਟਿਸ ਨੇ ਉਹਨਾਂ ਨੂੰ ਕਿਹਾ ਹੈ ਕਿ ਸਟਾਪ ਦਿਸ, ਕਿਉਂਕਿ ਇਹਦਾ ਅਸਰ ਪੈਣਾ, ਵੋਟਾਂ ਜਿਵੇਂ ਖਰੀਦੀਆਂ ਜਾ ਰਹੀਆਂ ਨੇ ਲਾਈਕ ਦੈਟ। ਸੋ ਇਸ ਦੇ ਉੱਤੇ ਵਿਰੋਧੀ ਧਿਰਾਂ ਵੀ, ਪਬਲਿਕ ਵੀ, ਸੋਸ਼ਲ ਮੀਡੀਆ ਵੀ, ਹਰ ਥਾਂ ਦੇ ਉੱਤੇ ਬਹੁਤ ਗਹਿਮਾ ਗਹਿਮੀ ਹੈ, ਬੜੀ ਚਰਚਾ ਛਿੜੀ ਹੋਈ ਹੈ ਔਰ ਡਿਪਾਰਟਮੈਂਟ ਆਫ ਜਸਟਿਸ ਇਹਦੇ ਵਿੱਚ ਡਾਇਰੈਕਟਲੀ ਇਨਵੋਲਵ ਹੋ ਚੁੱਕਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ। ਹੁਣ ਦੱਸੋ ਇਹ ਨਤੀਜੇ ਕਿੱਥੇ ਜਾਣਗੇ, ਇਹ ਤੇ ਅਸੀਂ ਨਹੀਂ ਜਾਣਦੇ। ਐਲਨ ਮਸਕ ਕੀ ਕਰਨਗੇ ਇਹ ਵੀ ਅਸੀਂ ਨਹੀਂ ਜਾਣਦੇ। ਬਟ ਇਸ ਵਕਤ ਆਪਣੇ ਬ੍ਰਾਂਡ ਨੂੰ ਲੈ ਕੇ 100% ਉਹਨਾਂ ਦੇ ਨਾਲ, ਯਾਨੀ ਡੋਨਲਡ ਟਰੰਪ ਦੇ ਨਾਲ ਲੱਗੇ ਹੋਏ ਨੇ। ਹੁਣ ਇੱਥੇ ਸਵਾਲ ਇਹ ਹੁੰਦਾ, ਇਹ ਚਾਹੁੰਦੇ ਕੀ ਨੇ? ਕੋਈ ਬੰਦਾ ਇੰਨਾ ਪੈਸਾ ਕਿਉਂ ਖਰਚੇਗਾ? ਇਹ ਮੇਨ ਇਸ਼ੂ ਆ ਕਿ ਇਹਦਾ ਅਸਰ ਕੀ ਪਏਗਾ ਜੇ ਡੋਨਲਡ ਟਰੰਪ ਜਿੱਤ ਜਾਂਦੇ ਨੇ। ਦੈਨ ਕੀ ਫਾਇਦਾ ਲੈਣਗੇ ਜਾਂ ਐਲੋਨ ਮਸਕ?
ਕਿੱਦਾਂ ਦੀਆਂ ਪਾਲਿਸੀਜ਼ ਬਣਵਾਉਣਗੇ। ਕਿਉਂਕਿ ਇੱਕ ਪੁਰਾਣੀ ਗੱਲ ਥੋੜ੍ਹੀ ਜਿਹੀ ਕਿ ਫੈਡਰਲ ਰਿਜ਼ਰਵ ਦੀ ਸਾਰੀ ਆਡਿਟ ਹੋਣੀ ਚਾਹੀਦੀ ਹੈ, ਇੱਕ ਕਮਿਸ਼ਨ ਬਣਨਾ ਚਾਹੀਦਾ, ਉਹਦੇ ਹੈੱਡ ਹੋਣਗੇ ਐਲਨ ਮਸਕ, ਕਿਉਂਕਿ ਉਹਨਾਂ ਨੇ ਇਹ ਆਈਡੀਆ ਦਿੱਤਾ ਹੈ ਡੋਨਲਡ ਟਰੰਪ ਨੂੰ। ਹੁਣ ਕਿਤੇ ਨਾ ਕਿਤੇ ਗੇਮ ਘੁੰਮਦੀ ਨਜ਼ਰ ਆ ਰਹੀ ਹੈ। ਇੱਥੇ ਫਿਰ ਆਪਾਂ ਜ਼ਿਕਰ ਕਰਦੇ ਹਾਂ ਪ੍ਰੋਜੈਕਟ 2025 ਦਾ, ਉਹਦੇ ਨਾਲ ਕੁਝ ਲਿੰਕ ਹੈ ਕਿ ਬਣਾਉਣਾ ਹੀ ਬਣਾਉਣਾ ਹੈ ਡੋਨਲਡ ਟਰੰਪ ਨੂੰ। ਕੁਝ ਜਿੱਦਾਂ ਇਹਨਾਂ ਨੂੰ ਹਿਟਲਰ ਵਾਲੀ ਗੱਲ ਵੀ ਕਹੀ ਜਾਂਦੀ ਹੈ ਕਿ ਉਹਨਾਂ ਦੀ ਆਈਡੀਓਲੋਜੀ, ਉਹਨਾਂ ਦੀ ਗੱਲਬਾਤ ਤੋਂ ਇਹ ਲੱਗਦਾ ਕਿ ਉਹ ਡਿਕਟੇਟਰ ਬਣਨਾ ਚਾਹੁੰਦੇ ਨੇ ਡੋਨਲਡ ਟਰੰਪ। ਯੈਸ, ਕਿਉਂਕਿ ਇੱਕ ਜਗ੍ਹਾ ਕੋਟ ਵੀ ਕੀਤਾ ਗਿਆ ਉਹਨਾਂ ਵੱਲੋਂ ਕਿ ਫਿਰ ਵੋਟਾਂ ਪਾਉਣ ਦੀ ਲੋੜ ਨਹੀਂ ਪੈਣੀ। ਵਾਈ? ਡੈਮੋਕ੍ਰੇਸੀ ਦੇ ਵਿੱਚ ਵੋਟਾਂ ਪਾਉਣ ਦੀ ਲੋੜ ਨਹੀਂ ਪੈਣੀ ਤੇ ਫਿਰ ਕਾਹਦੀ ਲੋੜ ਪੈਣੀ ਹੈ? ਔਰ ਕਮਲਾ ਹੈਰਿਸ ਵੀ ਕਹਿੰਦੇ ਨੇ ਕਿ ਇੱਦਾਂ ਦੀ ਸਿਕਿਉਰਿਟੀ ਚਾਹੁੰਦੇ ਨੇ ਜੋ ਕੌਨਸਟੀਟਿਊਸ਼ਨ ਆਫ ਅਮਰੀਕਾ ਨੂੰ ਫੋਲੋ ਨਾ ਕਰੇ, ਜੋ ਡਾਇਰੈਕਟਲੀ ਡੋਨਲਡ ਟਰੰਪ ਨੂੰ ਫੋਲੋ ਕਰੇ, ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਕੰਮ ਕਰੇ। ਐਸਾ ਸਿਕਿਉਰਿਟੀ, ਐਸੀ ਆਰਮੀ ਚਾਹੁੰਦੇ ਨੇ ਜਿੱਥੇ ਉਹ ਗੱਲ ਕਰਦੇ ਨੇ ਕਿ ਜਿਹੜੇ ਦੁਸ਼ਮਣ ਨੇ ਦੇਸ਼ ਦੇ ਅੰਦਰ, ਉਹਨਾਂ ਦੇ ਖਿਲਾਫ ਮਿਲਟਰੀ ਪਾਵਰ, ਉਹਨਾਂ ਦੇ ਖਿਲਾਫ ਫੋਰਸਿਸ ਇਸਤੇਮਾਲ ਕੀਤੀਆਂ ਜਾਣਗੀਆਂ। ਸੋ ਇਹ ਤਮਾਮ ਗੱਲਾਂ ਘਬਰਾਹਟ ਪੈਦਾ ਕਰਦੀਆਂ ਨੇ ਉਹਨਾਂ ਲੋਕਾਂ ਦੇ ਅੰਦਰ ਜੋ ਅਮਰੀਕਾ ਦੀ ਡੈਮੋਕ੍ਰੇਸੀ ਨੂੰ ਬਹੁਤ ਪਸੰਦ ਕਰਦੇ ਨੇ। ਔਰ ਬਾਕੀ ਗੱਲਾਂ ਇਹ ਕਿ ਤੁਸੀਂ ਜਿੱਤਣਾ ਚਾਹੁੰਦੇ ਹੋ, ਜਿੱਤਣ ਦੇ ਰਾਹ 'ਤੇ ਜਾਣਾ ਚਾਹੁੰਦੇ ਹੋ, ਪਰ ਐਥਿਕਸ ਦਾ ਧਿਆਨ ਰੱਖੋ, ਕੌਨਸਟੀਟਿਊਸ਼ਨ ਦਾ ਧਿਆਨ ਰੱਖੋ। ਜਿੱਤਣਾ ਹੀ ਸਭ ਕੁਝ ਨਹੀਂ ਹੁੰਦਾ, ਜਿੱਤਣ ਦਾ ਤਰੀਕਾ ਕੀ ਹੈ ਉਹ ਵੀ ਕਾਊਂਟ ਕਰਦਾ ਹੈ, ਕਿਉਂਕਿ ਇਹ ਤੁਹਾਡੀ ਕੋਈ ਪਰਸਨਲ ਚੀਜ਼ ਨਹੀਂ ਹੈ, ਇਹ ਪਬਲਿਕ ਹੈ। ਦੇਸ਼, ਦੁਨੀਆ, ਦੇਸ਼ ਦੇ ਲੋਕ, ਦੇਸ਼ ਦੇ ਸਾਰੇ ਫੈਸਲੇ ਇਹ ਪਬਲਿਕ ਹੈ, ਇਹ ਤੁਹਾਡੀ ਪਰਸਨਲ ਜਾਇਦਾਦ ਨਹੀਂ ਹੈ। ਤੁਹਾਨੂੰ ਪਬਲਿਕ ਚੁਣਦੀ ਹੈ ਤਾਂ ਤੁਸੀਂ ਪਬਲਿਕ ਦੀ ਸੇਵਾ ਕਰਦੇ ਹੋ। ਡੈਮੋਕ੍ਰੇਸੀ ਰਾਜ ਨਹੀਂ ਕਰਦੇ ਹੋ ਤੁਸੀਂ। ਯੂ ਆਰ ਨਾਟ ਅ ਕਿੰਗ। ਸੋ ਡੈਮੋਕ੍ਰੇਸੀ ਜੋ ਸਿਖਾਉਂਦੀ ਹੈ, ਪਹਿਲਾਂ ਉਹ ਸਬਕ ਸਾਨੂੰ ਸਿੱਖਣਾ ਚਾਹੀਦਾ, ਦੈਨ ਆਪਾਂ ਗੱਲ ਕਰ ਸਕਦੇ ਹਾਂ ਕਿ ਡੈਮੋਕ੍ਰੇਸੀ ਦੇ ਵਿੱਚ ਜਿੱਤਣ ਵਾਸਤੇ ਜਿਹੜੇ ਰਾਹ ਇਖਤਿਆਰ ਕੀਤੇ ਜਾਂਦੇ ਨੇ ਉਹ ਕਿਸ ਤਰ੍ਹਾਂ ਦੇ ਸੋਲਿਡ ਹੋਣੇ ਚਾਹੀਦੇ ਨੇ, ਲੌਜਿਸਟਿਕ ਹੋਣੇ ਚਾਹੀਦੇ ਨੇ। ਸੋ ਥੋੜ੍ਹੇ ਜਿਹੇ ਦਿਨ ਰਹਿ ਗਏ ਨੇ ਇਲੈਕਸ਼ਨਸ ਹੋਣ ਨੂੰ, ਔਰ ਜਿਹੜੀਆਂ ਪੋਲਸ ਹੁੰਦੀਆਂ ਰਹਿੰਦੀਆਂ ਨੇ, ਐਗਜ਼ਿਟ ਪੋਲਸ, ਇਹ ਪੋਲਸ, ਉਹ ਪੋਲਸ, ਪੋਲ ਖੋਲ ਜੋ ਚੱਲਦਾ ਹੈ, ਉਹਦੇ ਵਿੱਚ ਬਈ ਜੀ ਇਹ ਜੀ ਮਾਮਲਾ ਬੜਾ ਫਸਿਆ ਹੋਇਆ ਜੀ, ਸਿੰਘ ਫਸੇ ਹੋਏ ਨੇ ਜੀ, ਇਹ ਜੀ ਕੁਝ ਵੀ ਹੋ ਸਕਦਾ ਜੀ, 50-50 ਚਾਂਸਸ ਨੇ ਜੀ, ਕਦੀ ਉਹ ਅੱਗੇ ਹੈ ਜੀ, ਕਦੀ ਉਹ ਅੱਗੇ ਹੈ ਜੀ। ਬਸ ਇਹ ਤਮਾਸ਼ੇ ਚੱਲੀ ਜਾਂਦੇ ਨੇ ਔਰ ਗੱਲਾਂ ਬਾਤਾਂ, ਇਹ ਚਸਕੇ ਜਿਹੜੇ ਲੋਕਾਂ ਨੂੰ ਪਏ ਨੇ ਸੁਣਨ ਦੇ, ਉਹ ਚੱਲੀ ਜਾਂਦੇ ਨੇ। ਅੰਦਰਲੀ ਗੱਲ, ਵਿਚਲੀ ਗੱਲ ਕਿਹਨੂੰ ਪਤਾ? ਕੌਣ ਦੱਸਦਾ? ਤੁਹਾਡੇ ਢਿੱਡ 'ਚ ਕੀ ਹੈ ਤੁਸੀਂ ਥੋੜ੍ਹਾ ਤਾਂ ਕਿਸੇ ਨੂੰ ਦੱਸੋਗੇ, ਜਾਂ ਮੇਰੇ ਢਿੱਡ 'ਚ ਕੀ ਮੈਂ ਥੋੜ੍ਹਾ ਦੱਸਾਂਗਾ। ਬਸ ਮੌਕੇ ਦੇ ਮੁਤਾਬਿਕ ਗੱਲ ਕਰ ਦਾਂਗਾ, ਬਾਕੀ ਦੇਖਾਂਗੇ ਵੋਟ ਪਾਉਣ ਲੱਗੇ ਕਿਹਨੂੰ ਪਾਉਣੀ ਤੇ ਕਿਹਨੂੰ ਨਹੀਂ ਪਾਉਣੀ। ਕਈ ਵਾਰ ਪੂਰੀ ਫੈਮਿਲੀ ਕਿਸੇ ਇੱਕ ਪਾਸੇ ਜਾਂਦੀ ਹੈ, ਕਈ ਵਾਰ ਪੂਰੇ ਫਰੈਂਡਸ ਗਰੁੱਪ ਇੱਕ ਪਾਸੇ ਜਾਂਦੇ ਨੇ, ਪੂਰਾ ਕਲੱਬ ਇੱਕ ਪਾਸੇ ਜਾਂਦਾ, ਕਈ ਵਾਰ ਆਪਸ 'ਚ ਹੀ ਵੋਟ ਟੁੱਟ ਜਾਂਦੀ ਹੈ, ਇੱਕ ਫੈਮਿਲੀ ਦੇ ਲੋਕ ਹੀ ਵੱਖ-ਵੱਖ ਨੂੰ ਪਾਉਂਦੇ ਨੇ ਵੋਟ। ਸੋ ਇਹ ਸਰਵੇਜ਼, ਇਹ ਪੋਲਸ ਬਈ ਬੜਾ ਟੱਕਰ ਦਾ ਮੁਕਾਬਲਾ ਹੈ, ਬੜਾ ਕਾਂਟੇ ਦਾ ਮੁਕਾਬਲਾ, ਗੱਲਾਂ ਨੇ, ਸਭ ਚੱਲੀ ਜਾਂਦੀਆਂ ਨੇ। ਹੁਣ ਅਸਲੀ ਗੱਲ ਤਾਂ ਆ ਜਾਣੀ ਹੈ ਨਾ ਸਾਹਮਣੇ। ਇੱਕ ਛੋਟਾ ਜਿਹਾ ਐਗਜ਼ਾਮਪਲ ਆ, ਇੱਕ ਵਾਰੀ ਇੱਕ ਯੁੱਧ ਹੋ ਰਿਹਾ ਪੁਰਾਣੇ ਸਮੇਂ ਦੇ ਵਿੱਚ, ਤੇ ਸਾਰੇ ਬੈਠੇ ਨੇ ਯੋਧਾ ਰਾਤ ਵੇਲੇ ਅੱਗ ਬਾਲ ਕੇ, ਅੱਗ ਦੇ ਆਲੇ ਦੁਆਲੇ ਬਹਿ ਕੇ ਗੱਲਾਂ ਕਰਦੇ ਪਏ ਨੇ, ਆਪਣੀ ਆਪਣੀ ਤਲਵਾਰ ਦੀ ਤਾਰੀਫ ਹੋ ਰਹੀ ਹੈ ਜੀ। ਮੇਰੀ ਤਲਵਾਰ ਦਾ ਲੋਹਾ ਬੜਾ ਜ਼ਬਰਦਸਤ ਹੈ, ਮੇਰੀ ਤਲਵਾਰ ਤਾਂ 6 ਮਹੀਨੇ 'ਚ ਬਣਾਈ ਗਈ, ਮੇਰੀ ਤਲਵਾਰ ਦੇ ਉੱਤੇ ਤਾਂ ਚਿੱਤਰਕਾਰੀ ਹੋਈ ਹੋਈ ਹੈ, ਮੇਰੀ ਤਲਵਾਰ ਤਾਂ ਇੰਨੀ ਜ਼ਬਰਦਸਤ ਹੈ ਕਿ ਇਹਦੇ ਸਾਹਮਣੇ ਕੋਈ ਦੂਜੀ ਤਲਵਾਰ ਟਿਕ ਨਹੀਂ ਸਕਦੀ। ਮਤਲਬ ਸਭ ਲੱਗੇ ਹੋਏ ਆਪਣੀ ਆਪਣੀ ਤਲਵਾਰ ਦੀ ਤਾਰੀਫ ਕਰਨ, ਤੇ ਉਹਨਾਂ ਦਾ ਜਿਹੜਾ ਕਮਾਂਡਰ ਸੀ, ਉਹ ਬਜ਼ੁਰਗ, ਉਹ ਬੈਠਾ ਸੁਣੀ ਜਾਵੇ। ਕਹਿੰਦਾ ਹੁਣ ਚੁੱਪ ਕਰ ਜਾਓ, ਸੌਂ ਜਾਓ, ਸਵੇਰੇ ਯੁੱਧ ਵੀ ਕਰਨਾ ਹੈ, ਸਵੇਰੇ ਪਤਾ ਲੱਗ ਜੂ ਕਿਹਦੀ ਤਲਵਾਰ 'ਚ ਕਿੰਨਾ ਕੁ ਦਮ ਹੈ। ਇਹ ਗੱਲਾਂ ਨਾਲ ਨਹੀਂ ਹੋਣਾ, ਇਹ ਕਰਨ ਨਾਲ ਹੋਣਾ। ਸਵੇਰੇ ਦੇਖਾਂਗੇ ਯੁੱਧ ਕਰਦੇ ਹੋਏ ਤੁਹਾਡੀ ਕਲਾ ਕੀ ਕਹਿੰਦੀ ਹੈ ਤੇ ਤੁਹਾਡੀ ਤਲਵਾਰ ਕੀ ਕਹਿੰਦੀ ਹੈ। ਸਾਰੇ ਚੁੱਪ ਹੋ ਗਏ। ਉਹ ਵਾਕਈ ਯੁੱਧ ਦੇ ਖੇਤਰ ਦੇ ਵਿੱਚ ਤੇ ਯੁੱਧ ਕਰਕੇ ਪਤਾ ਲੱਗੂਗਾ ਨਾ, ਗੱਲਾਂ ਨਾਲ ਥੋੜ੍ਹਾ ਆਪਾਂ ਜਿੱਤ ਲੈਣੀ ਹੈ ਲੜਾਈ। ਸੋ ਲਾਈਕਵਾਈਜ਼ ਇਹ ਪੋਲ ਆ ਗਈ, ਉਹ ਪੋਲ ਆ ਗਈ, ਪੋਲ ਖੋਲ ਆ ਗਈ, ਜੋ ਮਰਜ਼ੀ ਕਰੀ ਜਾਓ। ਇਹ ਤਾਂ ਹੁਣ ਨਵੰਬਰ 5 ਨੂੰ ਪਤਾ ਲੱਗੂ ਕਿਹੜਾ ਕਿੰਨੇ ਪਾਣੀ 'ਚ। ਸੋ ਇਹ ਗੱਲਾਂ ਵੀ ਨਾਲ ਚੱਲਦੀਆਂ ਪਈਆਂ ਨੇ। ਕਦੀ ਕਹਿੰਦੇ ਨੇ ਕਿ ਟਰੰਪ ਉਹ ਅੱਗੇ ਲੰਘ ਰਹੇ ਨੇ, ਕਦੀ ਕਹਿੰਦੇ ਨੇ ਕਿ ਕਮਲਾ ਹੈਰਿਸ ਉਹ ਅੱਗੇ ਲੰਘ ਰਹੇ ਨੇ। ਚਲੋ ਆਪਾਂ ਕਹਿੰਦੇ ਦੋਵੇਂ ਅੱਗੇ ਲੰਘਦੇ ਪਏ ਨੇ। ਹੁਣ ਫਾਈਨਲੀ ਕੌਣ ਅੱਗੇ ਲੰਘੂਗਾ ਇਹ ਤੇ ਨਵੰਬਰ 5 ਨੂੰ ਪਤਾ ਲੱਗੂਗਾ। ਵੈਸੇ ਇੱਕ ਚੀਜ਼ ਦੇਖਣ ਵਾਲੀ ਇਹ ਹੈ ਕਿ ਕਮਲਾ ਹੈਰਿਸ ਦੇ ਪ੍ਰਤੀ ਸਿੰਪਥੀ ਜ਼ਿਆਦਾ ਹੈ।
ਕਿਉਂਕਿ ਉਹ ਸਿਵਲਾਈਜ਼ਡ ਵੇ ਨਾਲ ਚੱਲਦੇ ਨੇ, ਇੱਦਾਂ ਦੇ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਦੇ ਜਿੱਦਾਂ ਦੇ ਸ਼ਬਦਾਂ ਦਾ ਇਸਤੇਮਾਲ ਡੋਨਲਡ ਟਰੰਪ ਕਰਦੇ ਨੇ। ਅਮਰੀਕਾ ਕੂੜਾਦਾਨ ਹੈ, ਹੁਣ ਇਹ ਕੋਈ ਸ਼ਬਦ ਹੈ? ਨਹੀਂ ਜੀ, ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਡੋਨਲਡ ਟਰੰਪ ਆਪਣੇ ਬਚਾਅ ਦੇ ਵਿੱਚ ਇਹ ਸ਼ਬਦ ਕਹਿ ਰਹੇ ਨੇ ਕਿ ਜੋ ਬਾਈਡਨ ਜੋ ਬਣਾ ਰਹੇ ਨੇ ਨਾ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼, ਉਸ ਕਰਕੇ ਕੂੜਾਦਾਨ ਹੈ। ਹੁਣ ਗੱਲ ਇੱਧਰ ਤੋੜ ਲਓ, ਕਿਉਂਕਿ ਪਿੱਛੇ ਜਿਹੜੇ ਹੁੰਦੇ ਨੇ ਸਪੋਰਟਰਸ, ਜਿਹੜੇ ਟੀਮ ਮੈਂਬਰਸ ਹੁੰਦੇ ਨੇ, ਉਹਨਾਂ ਨੇ ਗੱਲ ਤਾਂ ਹੁਣ ਬਚਾਉਣੀ ਹੈ ਨਾ। ਇੱਕ ਵਾਰੀ ਗਲਤ ਗੱਲ ਬੋਲ ਦਿੱਤੀ ਤਾਂ ਹੁਣ ਕਵਰ ਅਪ ਵੀ ਤਾਂ ਕਰਨਾ ਨਾ। ਨਹੀਂ ਜੀ, ਅਮਰੀਕਾ ਨੂੰ ਨਹੀਂ ਕਿਹਾ, ਉਹ ਨੀਤੀਆਂ ਕਰਕੇ ਜਿਹੜਾ ਮਾਹੌਲ ਬਣਿਆ ਉਸ ਕਰਕੇ ਕਿਹਾ। ਚਲੋ ਹੁਣ ਇਹ ਤਾਂ ਪਬਲਿਕ ਦੱਸੂਗੀ ਨਾ ਕਿਸ ਕਰਕੇ ਕੀ ਕਿਹਾ। ਇਹ ਤਾਂ ਨਵੰਬਰ 5 ਨੂੰ ਪਤਾ ਲੱਗੂਗਾ, ਕਿਉਂਕਿ ਜੋ ਚੀਜ਼ ਐਕਸੈਪਟੇਬਲ ਨਹੀਂ ਹੈ ਉਹ ਚੀਜ਼ ਐਕਸੈਪਟੇਬਲ ਨਹੀਂ ਹੈ, ਭਾਵੇਂ ਜਿੰਨੇ ਮਰਜ਼ੀ ਪੋਚੇ ਮਾਰ ਲਓ ਉਹਦੇ ਉੱਤੇ। ਸੋ ਇਹ ਪੋਲਸ ਦੀ ਗੱਲ ਆ, ਕੁਝ ਵੀ ਸ਼ੋ ਕਰਦੇ ਨੇ। ਹੁਣ ਇੱਥੇ ਇੱਕ ਪੁਆਇੰਟ ਉਹ ਆਉਂਦਾ, ਕਮਲਾ ਹੈਰਿਸ ਕੀ ਕਰੇ ਜੋ ਬਾਈਡਨ ਤੋਂ ਬਾਅਦ ਉਹ ਹੀ ਬਣ ਜਾਣ ਪ੍ਰੈਜ਼ੀਡੈਂਟ ਆਫ ਅਮਰੀਕਾ? ਕੀ ਇੱਦਾਂ ਦਾ ਕਰਨ? ਦੈਟ ਇਜ਼ ਦ ਕੁਐਸਚਨ। ਹੁਣ ਉਸ ਵਾਸਤੇ ਹੀ ਸਾਰੀ ਭੱਜ ਦੌੜ ਚੱਲਦੀ ਪਈ ਆ ਕਿ ਜਿਹੜੀ ਡੈਮੋਕ੍ਰੇਟਸ ਦੇ ਹੱਥ ਦੇ ਵਿੱਚ ਸੱਤਾ ਹੈ ਉਹ ਉਹਨਾਂ ਦੇ ਹੱਥ ਦੇ ਵਿੱਚ ਹੀ ਰਹਿਣੀ ਚਾਹੀਦੀ ਹੈ। ਮਤਲਬ ਇਹ ਸਾਰੀ ਕਵਾਇਤ ਹੈ, ਇਹ ਸਾਰੀ ਭੱਜ ਦੌੜ ਹੈ ਕਿ ਐਗਜ਼ੈਕਟਲੀ ਕੀ ਕਰਨਾ ਚਾਹੀਦਾ, ਉਹ ਕਿਹੜਾ ਪੁਆਇੰਟ ਆ, ਕਿੱਥੋਂ ਲੋਹਾ ਗਰਮ ਹੈ ਜਿੱਥੇ ਹਥੌੜਾ ਮਾਰਨਾ, ਉਹ ਪੁਆਇੰਟ। ਇਹਦੇ ਉੱਤੇ ਸਾਰੀ ਕਵਾਇਤ, ਸਾਰੀ ਕੋਸ਼ਿਸ਼, ਸਾਰੀ ਤਵੱਜੋ, ਸਾਰਾ ਫੋਕਸ ਲੱਗੇ ਹੋਏ ਨੇ। ਕਿਉਂਕਿ ਦਿਨ 2 ਹਫ਼ਤੇ ਵੀ ਨਹੀਂ ਰਹਿ ਗਏ, ਆ ਗਏ, ਬਸ ਆਏ ਪਏ। ਇਸ ਕਰਕੇ ਇਹ ਮਿਹਨਤ ਤੇਜ਼ ਹੋ ਚੁੱਕੀ ਹੈ। ਔਰ ਡੈਮੋਕ੍ਰੇਟਸ ਨੂੰ ਸਪੋਰਟ ਕਿਵੇਂ ਮਿਲੇ? ਹੁਣ ਜਿੱਦਾਂ ਆਪਾਂ ਕਹਿ ਰਹੇ ਸੀ ਕਿ ਬਲੈਕ ਵੋਟਰਸ, ਲੈਟਿਨੋਸ, ਇਹ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਕਮਲਾ ਹੈਰਿਸ ਦੇ ਵੱਲ ਜਾ ਰਹੇ ਨੇ। ਇਸ ਕਰਕੇ ਕਮਲਾ ਹੈਰਿਸ ਕੋਸ਼ਿਸ਼ ਕਰਦੇ ਪਏ ਨੇ, ਕਿਉਂਕਿ ਇਮੀਗ੍ਰੇਸ਼ਨ ਦਾ ਮਾਮਲਾ ਆ ਜਾਂਦਾ। ਇਹ ਸਰਵੇਸ ਹੈ ਜਿਹੜੀ ਪੋਲ ਖੋਲ ਇਹ ਇਹੋ ਜਿਹੀਆਂ ਗੱਲਾਂ ਕਰਦੇ ਸੀ। ਨਾਓ ਹੁਣ ਇਹ ਪੋਲ ਖੋਲ ਕੀ ਕਹਿਣਗੇ ਜਦੋਂ ਸਰੇਆਮ ਲੈਟਿਨੋਸ ਦਾ ਤੇ ਬਲੈਕ ਵੋਟਰਸ ਦਾ ਅਪਮਾਨ ਹੋ ਰਿਹਾ? ਅਮਰੀਕਾ ਕੂੜਾਦਾਨ ਹੈ। ਸੋ ਹੁਣ ਇਹ ਕਿੱਧਰ ਜਾਣਗੇ? ਨੈਚੁਰਲੀ ਲੱਗਦਾ ਤਾਂ ਇਹੀ ਹੈ ਕਿ ਕਮਲਾ ਹੈਰਿਸ ਦੇ ਕੈਂਪ ਵੱਲ ਜਾਣਗੇ, ਉਹਨਾਂ ਨੂੰ ਸਪੋਰਟ ਕਰਨਗੇ। ਬਈ ਆਹ ਕੀ? ਕਿਉਂਕਿ ਇਹਨਾਂ ਵੋਟਰਸ ਨੇ ਹੀ 2020 ਦੇ ਵਿੱਚ ਜੋ ਬਾਈਡਨ ਨੂੰ ਜਿਤਾਇਆ। ਨਾ ਹੋ ਸਕਦਾ ਹਿਸਟਰੀ ਰਿਪੀਟ ਹੋ ਜਾਏ। ਸਿਆਣੇ ਕਹਿੰਦੇ ਨੇ ਹਿਸਟਰੀ ਰਿਪੀਟਸ ਇਟਸੈਲਫ। ਹੋ ਜਾਂਦੀ ਹੈ ਤਾਂ ਬਹੁਤ ਵਧੀਆ ਗੱਲ ਹੈ, ਕਿਉਂਕਿ ਕਮਲਾ ਹੈਰਿਸ ਇੱਕ ਡੀਸੈਂਟ ਪਰਸਨੈਲਿਟੀ ਬਣ ਕੇ ਸਾਹਮਣੇ ਆਏ ਨੇ ਇਹਨਾਂ ਦਿਨਾਂ ਦੇ ਵਿੱਚ। ਹਾਲਾਂਕਿ ਉਹ ਵਾਈਸ ਪ੍ਰੈਜ਼ੀਡੈਂਟ ਆਫ ਅਮਰੀਕਾ ਨੇ, ਪਰ ਲੱਗਦਾ ਹੈ ਵੀ ਪੂਰੀ ਕਾਂਟੇ ਦੀ ਟੱਕਰ ਹੈ। ਔਰ ਜੋ ਬਾਈਡਨ ਨੇ ਜਿਹੜਾ ਆਪਣਾ ਉੱਤਰਾਧਿਕਾਰੀ ਚੁਣਿਆ, ਸਹੀ ਚੁਣਿਆ। ਕਿਉਂਕਿ ਇਹ ਵੀ ਡਿਬੇਟ ਹੋਈ ਸੀ ਕਿ ਇਹ ਸਹੀ ਚੋਣ ਹੋਈ ਕਿ ਨਹੀਂ ਹੋਣੀ। ਜੋ ਬਾਈਡਨ ਨੂੰ ਕਿਸੇ ਹੋਰ ਨੂੰ ਚੁਣਨਾ ਚਾਹੀਦਾ ਸੀ। ਇੱਕ ਮਸ਼ਾਲ ਜਿਹੜੀ ਹੈ ਉਹ ਲੀਡਰ ਨੂੰ ਦੇਣੀ ਹੁੰਦੀ ਹੈ, ਉਹ ਕਿਸੇ ਹੋਰ ਨੂੰ ਦੇਣੀ ਚਾਹੀਦੀ ਸੀ। ਕਮਲਾ ਹੈਰਿਸ ਕੈਪੇਬਲ ਹੈਗੇ ਕਿ ਨਹੀਂ ਹੈਗੇ, ਬਟ ਨਾਓ ਇਹ ਲੱਗਦਾ ਕਿ ਜੋ ਬਾਈਡਨ, ਕਿਉਂਕਿ ਸਾਰੀ ਉਮਰ ਦਾ ਤਜਰਬਾ ਹੈ, ਇੰਨਾ ਲੰਬਾ ਟਾਈਮ, ਇੰਨਾ ਲੰਬਾ ਚੌੜਾ ਐਕਸਪੀਰੀਅੰਸ ਰਾਜਨੀਤੀ ਦਾ, ਤਾਂ ਫਿਰ ਕਮਲਾ ਹੈਰਿਸ ਨੂੰ ਚੁਣਨਾ ਕੋਈ ਗਲਤ ਚੋਣ ਨਹੀਂ ਹੈ। ਸਹੀ ਕੈਂਡੀਡੇਟ ਚੁਣਿਆ ਹੈ। ਉਹਨਾਂ ਦੀ ਐਜੂਕੇਸ਼ਨ, ਉਹਨਾਂ ਦਾ ਐਕਸਪੀਰੀਅੰਸ, ਉਹਨਾਂ ਦੀ ਸੋਚ, ਵਿਜ਼ਨ, ਜਿਸ ਤਰ੍ਹਾਂ ਲੋਕਾਂ ਦੇ ਦਰਦ ਨੂੰ ਸਮਝਣਾ, ਤਮਾਮ ਗੱਲਾਂ ਜੇ ਆਪਾਂ ਦੇਖੀਏ ਤਾਂ ਉਹਨਾਂ ਦਾ ਫੈਸਲਾ ਇਹੀ ਲੱਗਦਾ ਕਿ ਸਹੀ ਫੈਸਲਾ ਲਿੱਤਾ ਹੈ। ਹੁਣ ਅੱਗੇ ਜਾ ਕੇ ਸਮਾਂ ਦੱਸੇਗਾ, ਜਦੋਂ ਸਾਰੇ ਕਾਰਡਸ ਖੁੱਲ੍ਹਣਗੇ ਕਿ ਕੌਣ ਕਿੱਥੇ ਖੜ੍ਹਾ ਹੈ ਅਤੇ ਕਿਹਦੀ ਕੀ ਗੱਲ ਬਣਦੀ ਆ। ਨਾਓ ਇੱਥੇ ਹੁਣ ਇੱਕ ਗੱਲ, ਇਹ ਪੁਆਇੰਟ ਆਉਂਦਾ ਕਿ ਟਰੰਪ ਕੋਲ ਲੋਕਾਂ ਵਾਸਤੇ ਪਲਾਨ ਹੈ। ਉਹ ਕੀ ਪਲਾਨ ਹੈ? ਅਮਰੀਕਾ ਜਾਗੇਗਾ ਉਹਨਾਂ ਦੀ ਪਲਾਨ ਨੂੰ ਦੇਖਣ ਵਾਸਤੇ, ਸੁਣਨ ਵਾਸਤੇ, ਘੋਖਣ ਵਾਸਤੇ। ਇਹ ਉਹਨਾਂ ਦੇ ਸਮਰਥਕ ਕਹਿੰਦੇ ਨੇ ਕਿ ਉਹਨਾਂ ਦੀ ਗੱਲ ਹੀ ਸੁਣਦੇ, ਉਹਨਾਂ ਦੀ ਪਲਾਨ ਸੁਣਦੇ ਨੇ। ਹੁਣ ਉਹ ਪਲਾਨ ਕੀ ਹੈ ਦੱਸੋ? ਡਿਟੇਲਸ ਤਾਂ ਕੋਈ ਵੀ ਨਹੀਂ ਦੇ ਰਿਹਾ। ਡਿਟੇਲ ਤਾਂ ਕਮਲਾ ਹੈਰਿਸ ਵੀ ਨਹੀਂ ਦੇ ਰਹੇ। ਡਿਟੇਲ ਜੋ ਬਾਈਡਨ ਦੇ ਖੇਮੇ ਵਿੱਚੋਂ ਵੀ ਨਹੀਂ ਆ ਰਹੀਆਂ। ਡਿਟੇਲਸ ਡੋਨਲਡ ਟਰੰਪ ਦੇ ਖੇਮੇ ਵਿੱਚੋਂ ਨਹੀਂ ਆ ਰਹੀਆਂ। ਔਰ ਡੋਨਲਡ ਟਰੰਪ ਡਿਟੇਲ ਤਾਂ ਕੀ ਦਿੰਦੇ ਨੇ, ਇਹ ਤਾਂ ਕੁਝ ਹੋਰ ਹੀ ਬੋਲ ਦਿੰਦੇ ਨੇ। ਸੋ ਫਿਰ ਕਿਹੜੀ ਪਲਾਨ ਦੀ ਗੱਲ ਹੋ ਰਹੀ ਹੈ? ਲੋਕੀ ਕੀ ਸੁਣਨ? ਕਿੱਦਾਂ ਜਾਗੇ ਅਮਰੀਕਾ ਡੋਨਲਡ ਟਰੰਪ ਦੀ ਗੱਲ ਸੁਣਨ ਵਾਸਤੇ? ਪਹਿਲੀ ਗੱਲ ਤਾਂ ਇਹ ਹੈ ਕਿ ਉਹ ਆਪ ਜਿੱਦਾਂ ਦੇ ਵਿਚਾਰ ਦਿੰਦੇ ਨੇ, ਖੁਦ ਜਾਗਦੇ ਪਏ ਨੇ, ਐਨਲਾਈਟਨ ਨੇ ਇੱਦਾਂ ਦੇ ਵਿਚਾਰ। ਅਮਰੀਕਾ ਕੂੜਾਦਾਨ ਹੈ।
ਸੋ ਕਈ ਗੱਲਾਂ ਨੇ ਜੋ ਐਕਸੈਪਟੇਬਲ ਨਹੀਂ ਹੈਗੀਆਂ, ਔਰ ਉਸ ਤੋਂ ਪਹਿਲਾਂ ਕਮਲਾ ਹੈਰਿਸ ਦੇ ਜਿੱਦਾਂ ਦੇ ਸ਼ਬਦਾਂ ਦਾ ਇਸਤੇਮਾਲ ਹੋਇਆ, ਤਮਾਮ ਤਰ੍ਹਾਂ ਦੀਆਂ ਗੱਲਾਂ ਜੇ ਆਪਾਂ ਉਹ ਫੋਲਣ ਬੈਠੀਏ ਤੇ ਪੂਰਾ ਕਿਤਾਬ ਦਾ ਚੈਪਟਰ ਬਣ ਜਾਣਾ। ਸੋ ਇਹ ਗੱਲਾਂ ਪੋਲੀਟਿਕਸ ਦੇ ਵਿੱਚ ਕਈਆਂ ਵੀ ਜਾਂਦੀਆਂ ਨੇ ਔਰ ਕਹਿਣੀਆਂ ਨਹੀਂ ਵੀ ਚਾਹੀਦੀਆਂ, ਕਿਉਂਕਿ ਇਹ ਹਿਸਟਰੀ ਬਣ ਜਾਂਦੀ ਹੈ। ਆਉਣ ਵਾਲੀਆਂ ਜਨਰੇਸ਼ਨਸ ਇਹਨਾਂ ਨੂੰ ਦੇਖਦੀ ਹੈ। ਅਖਬਾਰਾਂ ਹਿਸਟਰੀ ਨੇ, ਫੋਟੋਗ੍ਰਾਫਸ ਹਿਸਟਰੀ ਨੇ, ਐਲਬਮਸ ਹਿਸਟਰੀ ਨੇ, ਬੁੱਕਸ ਹਿਸਟਰੀ ਨੇ, ਜਿਹੜੇ ਟੀਵੀ ਪ੍ਰੋਗਰਾਮਸ ਨੇ, ਪੋਡਕਾਸਟ ਨੇ, ਇਹ ਸਾਰੀਆਂ ਰਿਕਾਰਡਿੰਗਸ ਜਿਹੜੀਆਂ ਅਵੇਲੇਬਲ ਨੇ, ਸਭ ਹਿਸਟਰੀ ਨੇ। ਆਉਣ ਵਾਲੀਆਂ ਜਨਰੇਸ਼ਨ ਦੇ ਮਨ ਦੇ ਉੱਤੇ ਅਸਰ ਪਾਉਂਦੀਆਂ। ਹੁਣ ਅੱਜ ਜੇ ਮੈਂ ਅੱਜ ਦੀ ਡੇਟ ਦੇ ਵਿੱਚ ਕਿਸੇ ਨੂੰ ਕੋਈ ਮਹਾਨ ਸ਼ਖਸੀਅਤ, ਕੋਈ ਪਰਮਾਤਮਾ ਦਾ ਭੇਜਿਆ ਹੋਇਆ ਇਨਸਾਨ, ਕੁਝ ਇੱਦਾਂ ਦੀ ਗੱਲ ਕਹਿ ਕੇ ਸੰਬੋਧਿਤ ਕਰ ਦੇਵਾਂ ਔਰ ਉਹਨਾਂ ਬਾਰੇ ਪ੍ਰਚਾਰ ਕਰ ਦੇਵਾਂ ਕਿਉਂਕਿ ਅੱਜ ਉਹ ਜਿਉਂਦਾ ਹੈ ਅਤੇ ਮੈਂ ਉਹਦੇ ਬਾਰੇ ਗੱਲਾਂ ਕਰ ਰਿਹਾ ਕਿਉਂਕਿ ਮੈਂ ਉਹਨੂੰ ਸਪੋਰਟ ਕਰਦਾ, ਅਤੇ ਆਉਣ ਵਾਲੇ 100 ਸਾਲਾਂ ਬਾਅਦ ਜਦੋਂ ਸਭ ਇਹ ਜਾ ਚੁੱਕੇ ਹੋਣਗੇ, ਜਿਹੜੇ ਅੱਜ ਲੋਕ ਜਿਉਂਦੇ ਹਾਂ ਅਸੀਂ 100 ਸਾਲਾਂ ਬਾਅਦ ਜਾ ਚੁੱਕੇ ਹੋਵਾਂਗੇ, ਅਤੇ ਆਉਣ ਵਾਲੀ ਜਨਰੇਸ਼ਨ ਨੇ ਤਾਂ ਇਹੀ ਸੋਚਣਾ ਕਿ ਵਾਕਈ ਜਿਸ ਇਨਸਾਨ ਦੀ ਇੰਨੀ ਤਾਰੀਫ ਹੋ ਰਹੀ ਹੈ ਉਹ ਵਾਕਈ ਕੋਈ ਪਰਮਾਤਮਾ ਦਾ ਭੇਜਿਆ ਹੋਇਆ ਕੋਈ ਰੂਪ ਹੈ, ਕਿਉਂਕਿ ਇਹ ਤਾਂ ਮੇਰੇ ਉੱਤੇ ਹੈ ਨਾ ਕਿ ਮੈਂ ਝੂਠ ਬੋਲਦਾ ਕਿ ਸੱਚ ਬੋਲਦਾ। ਲਾਈਕਵਾਈਜ਼ ਇਹ ਸਾਰੀਆਂ ਗੱਲਾਂ ਨੇ। ਤੁਸੀਂ ਕਿਸੇ ਦੀ ਬੁਰਾਈ ਕਰਦੇ ਹੋ, ਕਿਸੇ ਦੀ ਤਾਰੀਫ ਕਰਦੇ ਹੋ, ਹਿਸਟਰੀ ਆ। ਹੁਣ ਜੇ ਇਹਦੀਆਂ ਡਿਟੇਲਸ ਮਿਲ ਜਾਣਗੀਆਂ ਤਾਂ ਫਿਰ ਆਉਣ ਵਾਲੀ ਜਨਰੇਸ਼ਨ ਵੀ ਦੇਖੇਗੀ ਕਿ ਇਹ ਝੂਠ ਬੋਲਦਾ ਸੀ ਕਿ ਸੱਚਾ ਸੀ, ਇਹ ਬਿਲਕੁਲ ਸੱਚੀ ਗੱਲ ਕਰਦਾ ਸੀ ਜਾਂ ਫਿਰ ਚਮਚੇਬਾਜ਼ੀ ਕਰਦਾ ਸੀ, ਕਿਉਂਕਿ ਅੱਜ ਦਾ ਯੁੱਗ ਚਮਚਿਆਂ ਦਾ ਯੁੱਗ ਹੈ। ਜਾਂ ਕਹਿੰਦੇ ਨੇ ਨਾ ਮਨੀ ਮੇਕਸ ਦ ਮੇਅਰ ਗੋ, ਐਂਡ ਚਮਚੇਬਾਜ਼ੀ ਮਤਲਬ ਪੈਸਾ ਘੋੜੇ ਨੂੰ ਤੋੜ ਦਿੰਦਾ ਹੈ, ਅਤੇ ਚਮਚੇਬਾਜ਼ੀ ਉਹ ਤਾਂ ਭੱਜਣ ਹੀ ਲਾ ਦਿੰਦੀ ਹੈ। ਘੋੜਾ ਐਂ ਭੱਜਦਾ ਫਿਰ ਚਮਚੇਬਾਜ਼ੀ ਨਾਲ। ਸੋ ਚਮਚੇਬਾਜ਼ੀ ਮੇਕਸ ਦ ਹਾਰਸ ਰਨ। ਇਹ ਸਾਰੀਆਂ ਗੱਲਾਂ ਜੇ ਦੇਖੀਆਂ ਜਾਣ, ਤਮਾਮ ਉਹ ਗੱਲਾਂ ਜੋ ਐਕਸੈਪਟੇਬਲ ਨਹੀਂ ਹੈਗੀਆਂ ਉਹ ਹੋ ਰਹੀਆਂ ਨੇ। ਪਰ ਇੱਕ ਗੱਲ ਤਾਰੀਫ ਵਾਲੀ ਆ ਕਿ ਕਮਲਾ ਹੈਰਿਸ ਵੱਲੋਂ ਕੋਈ ਇੱਦਾਂ ਦੀ ਗੱਲ ਨਹੀਂ ਹੋ ਰਹੀ ਜਿਹੜੀ ਐਕਸੈਪਟੇਬਲ ਨਹੀਂ ਹੈ। ਲੌਜਿਕ ਦੇ ਉੱਤੇ ਗੱਲ ਕਰਦੇ ਨੇ। ਹੁਣ ਇੱਕ ਉਹਨਾਂ ਨੇ ਵੀ ਇਸ਼ੂ ਫੜਿਆ ਹੋਇਆ ਕਿ ਡੋਨਲਡ ਟਰੰਪ ਫਿਜ਼ੀਕਲੀ ਔਰ ਮੈਂਟਲੀ ਫਿੱਟ ਹੈਗੇ ਨੇ ਕਿ ਨਹੀਂ ਹੈਗੇ, ਔਰ ਇਹ ਸਾਰੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਉਹ ਫਿਜ਼ੀਕਲੀ ਮੈਂਟਲੀ ਫਿੱਟ ਹੋਣ ਤਾਂ ਹੀ ਉਹ ਰਾਸ਼ਟਰਪਤੀ ਬਣ ਸਕਦੇ ਨੇ। ਸੋ ਇਹ ਕੁਝ ਪੁਆਇੰਟਸ। ਔਰ ਇਸ ਵਕਤ ਜੋ ਸਾਰਾ ਪੋਲੀਟਿਕਸ ਬਣਿਆ ਹੋਇਆ, ਇੱਕ ਤਾਂ ਇਹ ਚੀਜ਼ ਸੋਚਦੇ ਪਏ ਨੇ ਕਿ ਜੋ ਡੋਨਲਡ ਟਰੰਪ ਇਹ ਸਾਰੀਆਂ ਗੱਲਾਂ ਬਾਤਾਂ ਕਰਦੇ ਨੇ, ਉਹਨਾਂ ਦੀ ਮੀਡੀਆ ਸਟ੍ਰੈਟਜੀ ਕੀ ਆ, ਉਹਨਾਂ ਦੀ ਪਲੈਨਿੰਗ ਕੀ ਆ। ਔਰ ਇਹਦੇ ਉੱਤੇ ਵੀ ਗੱਲ ਹੁੰਦੀ ਕਿ ਜੋ ਉਹਨਾਂ ਨੂੰ ਪਲਾਨ ਦਿੱਤੀ ਜਾਂਦੀ ਆ ਉਹਦੇ ਉੱਤੇ ਤਾਂ ਕੰਮ ਹੀ ਨਹੀਂ ਕਰਦੇ। ਉਸ ਵਕਤ ਐਨ ਮੌਕੇ ਦੇ ਉੱਤੇ ਜੋ ਹੋ ਗਿਆ, ਚੱਲ ਸੋ ਚੱਲ, ਇਹ ਉਹਨਾਂ ਦਾ ਤਰੀਕਾ ਹੈ। ਔਰ ਕਮਲਾ ਹੈਰਿਸ ਦੀ ਪੋਲੀਟਿਕਸ ਇਸ ਵਕਤ ਆਈਡੈਂਟੀਟੀ ਪੋਲੀਟਿਕਸ ਬਣ ਚੁੱਕੀ ਹੈ। ਆਈਡੈਂਟੀਟੀ, ਤੁਸੀਂ ਆਪਣੀ ਪਹਿਚਾਣ ਬਣਾਉਣੀ ਹੈ। ਤੁਹਾਡੀ ਪਹਿਚਾਣ ਦੇ ਉੱਤੇ ਕੁਐਸਚਨ ਮਾਰਕ ਲੱਗ ਗਿਆ ਹੈ ਜਦੋਂ ਤੁਹਾਨੂੰ ਪ੍ਰਵਾਸੀ ਕਹਿ ਕੇ, ਤੁਹਾਨੂੰ ਰੇਸਿਜ਼ਮ ਦੇ ਵਿੱਚ ਇੱਦਾਂ ਦੀ ਰੇਸ ਕਹਿ ਕੇ ਕਿ ਤੁਸੀਂ ਸਾਡੇ ਬਰਾਬਰ ਦੇ ਨਹੀਂ ਹੋ, ਮਤਲਬ ਤੁਹਾਨੂੰ ਇਨਸਾਨ ਨਹੀਂ ਸਮਝਿਆ ਜਾ ਰਿਹਾ। ਆਈਡੈਂਟੀਟੀ ਦਾ ਪੋਲੀਟਿਕਸ ਬਣ ਗਿਆ ਹੈ, ਜਿਸ ਦੀ ਕਮਲਾ ਹੈਰਿਸ ਤਰਜਮਾਨੀ ਕਰਦੇ ਨੇ। ਔਰ ਕਮਲਾ ਹੈਰਿਸ ਖੁਦ ਕਹਿੰਦੇ ਨੇ ਕਿ ਮੇਰੇ ਉੱਤੇ ਇਹ ਗੱਲਾਂ ਹੁੰਦੀਆਂ ਨੇ ਰੇਸਿਜ਼ਮ ਦੀਆਂ। ਔਰ ਇਹ ਵੀ ਕਿਹਾ ਸ਼ੀ ਇਜ਼ ਨਾਟ ਬਲੈਕ, ਇਹ ਵੀ ਡੋਨਲਡ ਟਰੰਪ ਕਹਿ ਚੁੱਕੇ ਨੇ। ਤਮਾਮ ਤਰ੍ਹਾਂ ਦੀਆਂ ਗੱਲਾਂ, ਸ਼ਾਇਦ ਕੋਈ ਗੱਲ ਰਹਿ ਨਹੀਂ ਗਈ ਕਹਿਣ ਵਾਲੀ। JD ਵਾਂਸ ਕਿਹੜਾ ਪਿੱਛੇ ਨੇ, ਉਹ ਵੀ ਕੁਛ ਨਾ ਕੁਛ ਕਹਿੰਦੇ ਰਹਿੰਦੇ ਨੇ। ਸੋ ਇਸ ਵਕਤ ਇਹ ਸਾਰਾ ਪੋਲੀਟਿਕਸ ਆਈਡੈਂਟੀਟੀ ਦਾ ਪੋਲੀਟਿਕਸ ਆ ਕਿ ਅਮਰੀਕਾ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਪਹਿਚਾਣ ਕੀ ਹੈ, ਆਈਡੈਂਟੀਟੀ ਕੀ ਆ। ਉਹਨਾਂ ਨੂੰ ਆਪਣੇ ਕੰਟਰੀਬਿਊਸ਼ਨ ਦੀ ਗੱਲ ਕਰਨੀ ਪੈਣੀ ਹੈ। ਬਲੈਕਸ ਨੇ, ਲੈਟੀਨੋਜ਼ ਨੇ, ਅਤੇ ਉਹਨਾਂ ਦੀ ਕੋਈ ਆਈਡੈਂਟੀਟੀ ਨਹੀਂ ਹੈ, ਉਹਨਾਂ ਦਾ ਕੋਈ ਕੰਟਰੀਬਿਊਸ਼ਨ ਨਹੀਂ ਹੈ। ਪ੍ਰਵਾਸੀ ਨੇ, ਉਹਨਾਂ ਦਾ ਕੋਈ ਕੰਟਰੀਬਿਊਸ਼ਨ ਨਹੀਂ ਹੈ। ਐਲਨ ਮਸਕ ਪ੍ਰਵਾਸੀ ਤਾਂ ਹੈ ਮੈਕਸੀਕੋ, ਅਤੇ ਉਹਦਾ ਕੰਟਰੀਬਿਊਸ਼ਨ ਨਹੀਂ ਹੈ। ਪੂਰੀ ਦੁਨੀਆ ਦਾ ਰਿਚੈਸਟ ਪਰਸਨ, ਉਹਦੇ ਬਾਰੇ ਡੋਨਲਡ ਟਰੰਪ ਕੀ ਕਹਿਣਗੇ, ਉਹਦੀ ਕਿਉਂ ਸਪੋਰਟ ਲੈ ਰਹੇ ਨੇ, ਉਹ ਵੀ ਤਾਂ ਪ੍ਰਵਾਸੀ ਹੈ। ਤਮਾਮ ਤਰ੍ਹਾਂ ਦੀਆਂ ਗੱਲਾਂ। ਚਲੋ ਇੱਥੇ ਗੱਲ ਮੰਨਣ ਵਾਲੀ ਹੋ ਗਈ ਕਿ ਜਦੋਂ ਸਾਰੀਆਂ ਪਾਰਟੀ, ਸਾਰੇ ਕੈਂਡੀਡੇਟ ਸਭ ਕਹਿੰਦੇ ਨੇ ਕਿ ਅਸੀਂ ਤਾਂ ਜੀ ਇਲੀਗਲ ਪ੍ਰਵਾਸੀਆਂ ਦੀ ਗੱਲ ਕਰਦੇ ਹਾਂ। ਓਕੇ, ਐਕਸੈਪਟੇਬਲ। ਇਲੀਗਲ ਪ੍ਰਵਾਸੀ ਨਹੀਂ ਹੋਣੇ ਚਾਹੀਦੇ, ਲੀਗਲੀ ਸਭ ਹੋਣੇ ਚਾਹੀਦੇ ਨੇ। ਬਟ ਇਹ ਇਲੀਗਲ ਪ੍ਰਵਾਸੀ ਹੈਗੇ ਕੌਣ ਨੇ, ਇਹਨਾਂ ਦੀ ਤੁਸੀਂ ਜਾਂਚ ਕਰੋਗੇ ਨਾ, ਸਾਰਿਆਂ ਨੂੰ ਇੱਕੋ ਰੱਸੇ ਨਾਲ ਥੋੜ੍ਹਾ ਬੰਨ੍ਹ ਲੈਣਾ। ਸਭ ਦੇ ਫੈਕਟਰਸ ਅਲੱਗ ਨੇ,
ਦੇਖਣਾ ਪਏਗਾ। ਔਰ ਇਸ ਚੀਜ਼ ਨੂੰ ਕਮਲਾ ਹੈਰਿਸ ਕਹਿੰਦੇ ਨੇ ਕਿ ਮੰਨ ਲਿਆ ਉਹ ਇਲੀਗਲ ਨੇ, ਐਕਸੈਪਟੇਬਲ, ਉਹਨਾਂ ਕੋਲ ਡਾਕੂਮੈਂਟਸ ਨਹੀਂ ਹੈਗੇ, ਠੀਕ ਹੈ, ਰਜਿਸਟਰਡ ਨਹੀਂ ਹੈਗੇ, ਓਕੇ, ਪਰ ਉਹਨਾਂ ਨਾਲ ਡੀਲ ਕਰਨ ਦਾ ਤਰੀਕਾ ਤਾਂ ਇਲੀਗਲ ਨਹੀਂ ਹੋਣਾ ਚਾਹੀਦਾ। ਜੇ ਉਹ ਇਲੀਗਲ ਨੇ ਤਾਂ ਉਹਨਾਂ ਨੂੰ ਅਸੀਂ ਡੀਲ ਇਲੀਗਲ ਤਰੀਕੇ ਨਾਲ ਕਰਾਂਗੇ, ਕੂੜਾਦਾਨ। ਦੈਟ ਇਜ਼ ਦਾ ਪੁਆਇੰਟ। ਹਿਊਮੈਨਿਟੀ ਕਿੱਥੇ ਆ, ਹਿਊਮਨ ਰਾਈਟਸ ਕਿੱਥੇ ਨੇ? ਕਿਉਂਕਿ ਮਾਈਗ੍ਰੇਟ ਕਰਕੇ ਇਨਸਾਨ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ, ਜ਼ਰੂਰ ਜਾਂਦਾ ਹੈ, ਇਹ ਹਿਸਟਰੀ ਹੈ ਸਾਡੀ। ਹੋ ਸਕਦਾ ਹੈ ਡੋਨਲਡ ਟਰੰਪ ਦਾ ਪਰਿਵਾਰ ਵੀ ਕਿਸੇ ਵਕਤ ਕਿਤੋਂ ਮਾਈਗ੍ਰੇਟ ਕਰਕੇ ਆਇਆ ਹੋਵੇ ਅਮਰੀਕਾ ਦੀ ਧਰਤੀ ਦੇ ਉੱਤੇ। ਜੇ ਹਿਸਟਰੀ ਦੇਖੋ, ਹੋ ਸਕਦਾ। ਜੋ ਬਾਈਡਨ ਆਪਣੇ ਕਈ ਵਾਰ ਪਿਛੋਕੜ ਦੀ ਗੱਲ ਕਹਿੰਦੇ ਨੇ, ਕਈ ਵਾਰ ਪੰਜਾਬ ਦੇ ਨਾਲ ਆਪਣੇ ਆਪ ਨੂੰ ਜੋੜਦੇ ਨੇ, ਭਾਰਤ ਦੇ ਨਾਲ ਜੋੜਦੇ ਨੇ। ਪੋਸੀਬਿਲਿਟੀਜ਼ ਕਿਤੇ ਵੀ ਹੈਗੀਆਂ ਨੇ, ਕਿਸੇ ਨੂੰ ਥੋੜ੍ਹਾ ਪਤਾ ਮੇਰੇ ਦਾਦੇ ਪੜਦਾਦੇ ਕਿੱਥੋਂ ਕਿੱਥੇ ਗਏ। ਅਸੀਂ ਤਾਂ ਐਟ ਪ੍ਰੈਜ਼ੈਂਟ ਜਿਹੜੀ ਗੱਲ ਕਰ ਰਹੇ ਹਾਂ ਉਹ ਕਰ ਰਹੇ ਹਾਂ, ਪਰ ਜਿੱਥੇ ਵੀ ਜੋ ਬੰਦਾ ਆ ਕੇ ਵਸਿਆ ਹੈ ਉਹਦੇ ਗੁਣਾਂ ਦੀ ਗੱਲ ਕਰੋ, ਔਰ ਸੁਸਾਇਟੀ ਨੂੰ ਕੀ ਕੰਟਰੀਬਿਊਟ ਕਰ ਰਿਹਾ ਉਹ ਗੱਲ ਕਰੋ। ਐਲਨ ਮਸਕ ਇਹ ਗੱਲ ਕਹਿੰਦੇ ਨੇ। ਸੋ ਠੀਕ ਹੈ ਕਿ ਇਲੀਗਲ ਕੋਈ ਹੋ ਸਕਦਾ ਹੈ ਤਾਂ ਫਿਰ ਉਸ ਨੂੰ ਡੀਲ ਕਰਨ ਦਾ ਤਰੀਕਾ ਇਲੀਗਲ ਨਹੀਂ ਹੋਣਾ ਚਾਹੀਦਾ, ਉਹ ਤਾਂ ਕੌਨਸਟੀਟਿਊਸ਼ਨ ਆਫ ਅਮਰੀਕਾ ਦੇ ਮੁਤਾਬਿਕ ਹੋਣਾ ਚਾਹੀਦਾ। ਹਿਊਮਨ ਰਾਈਟਸ ਕੀ ਕਹਿੰਦੇ ਨੇ ਉਹਦੇ ਮੁਤਾਬਿਕ ਹੋਣਾ ਚਾਹੀਦਾ। ਇਹ ਸਾਰੀਆਂ ਗੱਲਾਂ, ਇਹ ਸਾਰੀਆਂ ਬਾਤਾਂ ਚੱਲਦੀਆਂ ਪਈਆਂ ਨੇ। ਨਾਓ ਵਾਰਸ ਦੀ ਗੱਲ ਵੀ ਨਾਲ ਚੱਲਦੀ ਪਈ ਆ। ਜਿਹੜੀਆਂ ਵਾਰਸ ਹੋ ਰਹੀਆਂ ਨੇ, ਅਮਰੀਕਾ ਉਹਨਾਂ ਵਾਰਸ ਦੇ ਵਿੱਚ ਇਨਵੋਲਵ ਹੈ। ਇਜ਼ਰਾਈਲ, ਯੂਕਰੇਨ, ਉਹਦੇ ਵਿੱਚ ਅਮਰੀਕਾ ਦੀ ਪਾਰਟੀਸਿਪੇਸ਼ਨ ਕਿੱਦਾਂ ਹੈ, ਔਰ ਨਾਲ ਅਪਕਮਿੰਗ ਇਲੈਕਸ਼ਨਸ ਨੇ, ਉਹਨਾਂ ਦਾ ਕੀ ਅਸਰ ਪੈ ਰਿਹਾ ਹੈ, ਪਾਰਟੀਆਂ ਕਿੱਦਾਂ ਉਸ ਚੀਜ਼ ਨੂੰ ਐਨਕੈਸ਼ ਕਰ ਰਹੀਆਂ ਨੇ ਜਾਂ ਉਹਨਾਂ ਦੇ ਖਿਲਾਫ ਉਹ ਯੂਜ਼ ਹੋ ਰਹੀ ਹੈ। ਇਹ ਸਾਰੇ ਪੁਆਇੰਟ ਸਾਹਮਣੇ ਆਉਂਦੇ ਨੇ। ਔਰ ਖਾਸ ਕਰਕੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਗੱਲ ਜਦੋਂ ਆਉਂਦੀ ਆ, ਜਾਂ ਯੂਨਾਈਟਿਡ ਕਿੰਗਡਮ ਦੀ ਗੱਲ ਆਉਂਦੀ, ਕਿਉਂਕਿ ਉਹਨਾਂ ਦਾ ਵੀ ਕਾਫੀ ਦਖਲ ਰਿਹਾ ਹੈ ਇਸ ਯੁੱਧ ਦੇ ਵਿੱਚ ਜੋ ਇਜ਼ਰਾਈਲ ਦਾ ਹੈ, ਯੂਕਰੇਨ ਦਾ ਹੈ। ਤਾਂ ਇੱਥੇ ਇਹ ਕਿਹਾ ਜਾਂਦਾ ਹੈ ਕਿ ਇਜ਼ਰਾਈਲ ਨੇ ਨਾ ਇਹਨਾਂ ਨੂੰ ਪੋਲੀਟੀਕਲੀ ਕੰਟਰੋਲ ਕੀਤਾ ਹੋਇਆ, ਯੂਨਾਈਟਿਡ ਸਟੇਟਸ ਆਫ ਅਮਰੀਕਾ ਨੂੰ ਔਰ ਯੂਨਾਈਟਿਡ ਕਿੰਗਡਮ ਯਾਨੀ ਇੰਗਲੈਂਡ ਨੂੰ ਪੋਲੀਟੀਕਲੀ ਕੰਟਰੋਲ ਕੀਤਾ ਹੋਇਆ, ਔਰ ਉਹਨਾਂ ਨੂੰ ਬਲੈਕਮੇਲ ਕਰਦੇ ਪਏ ਨੇ, ਇਸ ਕਰਕੇ ਸਪੋਰਟ ਮਿਲਦੀ ਪਈ ਹੈ। ਤਮਾਮ ਤਰ੍ਹਾਂ ਦੀਆਂ ਗੱਲਾਂ, ਜੋ ਮਰਜ਼ੀ ਕਹੋ, ਕੋਈ ਕਹਿਣ ਦੇ ਉੱਤੇ ਕੋਈ ਬਿੱਲ ਤਾਂ ਆਉਣਾ ਨਹੀਂ, ਜ਼ੁਬਾਨ ਹੀ ਚੱਲਣੀ ਹੈ ਨਾ, ਕਹਿ ਦਿਓ। ਸੋ ਇਹ ਸਾਰੀਆਂ ਗੱਲਾਂ। ਔਰ ਨੇਤਨਯਾਹੂ ਸਿਟਿੰਗ ਪ੍ਰੈਜ਼ੀਡੈਂਟ ਆਫ ਅਮਰੀਕਾ ਨੂੰ ਬਲੈਕਮੇਲ ਕਰਦੇ ਪਏ ਨੇ। ਹਾਲਾਂਕਿ ਦੋਵਾਂ ਦੀ ਕਾਫੀ ਦੇਰ ਤੱਕ ਗੱਲਬਾਤ ਨਹੀਂ ਹੋਈ, ਮਾਮਲਾ ਕਟਾਈ 'ਚ ਪੈ ਗਿਆ ਰਿਲੇਸ਼ਨਸ ਦਾ, ਪਰ ਫਿਰ ਵੀ ਚਲੋ ਮੁਲਾਕਾਤ ਹੋਈ ਡਿਪਲੋਮੈਟਿਕਲੀ। ਔਰ ਇੱਥੋਂ ਤੱਕ ਵੀ ਯੂਨਾਈਟਿਡ ਨੇਸ਼ਨਸ ਦੇ ਕਹਿਣ ਦੇ ਉੱਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਲੈਟਰ ਵੀ ਦੇ ਦਿੱਤਾ ਹੈ ਇਜ਼ਰਾਈਲ ਨੂੰ ਕਿ 30 ਦਿਨਾਂ ਦੇ ਅੰਦਰ ਜੇ ਹਿਊਮੈਨੀਟੇਰੀਅਨ ਗਰਾਊਂਡਸ ਦੇ ਉੱਤੇ ਗਾਜ਼ਾ, ਲੈਬਨਾਨ, ਜਿੱਥੇ ਜਿੱਥੇ ਵੀ ਮਦਦ ਦੀ ਲੋੜ ਹੈ ਤੁਸੀਂ ਨਾ ਪਹੁੰਚਾਈ ਤਾਂ ਫਿਰ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਉਮੀਦ ਨਾ ਕਰਨਾ। ਇਹ ਲੜਾਈ ਇੱਥੇ ਤੱਕ ਪਹੁੰਚੀ ਹੋਈ ਹੈ ਔਰ ਹਰ ਥਾਂ ਦੇ ਉੱਤੇ ਮਿਲਟਰੀ ਬੇਸ ਨੇ। ਔਰ ਇੱਥੇ ਤੱਕ ਵੀ ਗੱਲ ਹੁੰਦੀ ਕਿ ਜੇ ਅੱਜ ਸੀਜ਼ ਫਾਇਰ ਹੋ ਜਾਵੇ ਤਾਂ ਕੀ ਇਜ਼ਰਾਈਲ ਦੀ ਸਾਰੀ ਆਰਮੀ ਗਾਜ਼ਾ 'ਚੋਂ ਚਲੀ ਜਾਏਗੀ, ਲੈਬਨਾਨ 'ਚੋਂ ਚਲੀ ਜਾਏਗੀ, ਮਿਲਟਰੀ ਬੇਸ ਖਤਮ ਹੋ ਜਾਣਗੇ। ਪਰ ਨਾਲ ਗੱਲ ਹੁੰਦੀ ਹਮਾਸ ਦਾ ਵੀ ਤਾਂ ਮਿਲਟਰੀ ਬੇਸ ਹੈ, ਹੈਜ਼ਬੁੱਲਾ ਦਾ ਵੀ ਤਾਂ ਮਿਲਟਰੀ ਬੇਸ ਹੈ ਜਿਨ੍ਹਾਂ ਨੂੰ ਈਰਾਨ ਵੱਲੋਂ ਸਪੋਰਟ ਮਿਲੀ ਹੋਈ ਹੈ। ਸੋ ਮਤਲਬ ਕੋਈ ਵੀ ਗੱਲਾਂ 'ਚ ਹਾਰਨ ਨੂੰ ਤਿਆਰ ਨਹੀਂ, ਇਸ ਕਰਕੇ ਬੰਬ, ਗੋਲੇ, ਤੋਪਾਂ ਚਲਾਈ ਜਾਓ। ਸੋ ਹੁਣ ਇੱਥੇ ਗੱਲ ਆਉਂਦੀ ਹੈ ਕਿ ਤੁਸੀਂ ਜਦੋਂ ਕਿਸੇ ਦੇ ਉੱਤੇ ਇਲਜ਼ਾਮ ਲਗਾਉਂਦੇ ਹੋ ਕਿ ਉਹਦਾ ਬਿਹੇਵੀਅਰ ਚੰਗਾ ਨਹੀਂ ਹੈ ਜਾਂ ਉਹ ਜਾਨਵਰਾਂ ਵਾਂਗ ਬਿਹੇਵ ਕਰਦਾ ਹੈ, ਪਰ ਜੇ ਤੁਸੀਂ ਉਹਨੂੰ ਜਾਨਵਰ ਸਮਝਦੇ ਹੋ ਤੇ ਤੁਸੀਂ ਉਹਦੇ ਨਾਲ ਇੱਦਾਂ ਦਾ ਸਲੂਕ ਕਰਦੇ ਹੋ ਤੇ ਫਿਰ ਅਗਲੇ ਨੇ ਵੀ ਤਾਂ ਇੱਦਾਂ ਦਾ ਹੀ ਰਿਸਪੌਂਸ ਦੇਣਾ, ਕਦੀ ਨਾ ਕਦੀ ਤਾਂ ਉਹਨੂੰ ਗੁੱਸਾ ਆਏਗਾ ਹੀ। ਤਾਂ ਇਹ ਮਾਹੌਲ ਜੋ ਬਣਿਆ ਹੋਇਆ ਹੈ ਇਹਦੇ 'ਚ ਫਿਲਿਸਤੀਨ ਵਾਲੇ ਕਹਿੰਦੇ ਨੇ ਕਿ ਜੇ ਇਜ਼ਰਾਈਲ ਸਾਡੇ ਨਾਲੋਂ ਤਾਕਤਵਰ ਹੈ ਤਾਂ ਇਹਦਾ ਮਤਲਬ ਇਹ ਥੋੜ੍ਹਾ ਕਿ ਅਸੀਂ ਆਪਣੀ ਜ਼ਮੀਨ ਦੇ ਦਈਏ, ਆਪਣਾ ਇਲਾਕਾ ਉਹਨਾਂ ਨੂੰ ਦੇ ਦਈਏ। ਹੁਣ ਇੱਥੇ ਇਹ ਵੀ ਪੰਗਾ ਨਾਲ ਪਿਆ ਹੋਇਆ। ਔਰ ਨਾਲ ਇਜ਼ਰਾਈਲ ਇਹਨਾਂ ਦੇ ਲੀਡਰਸ ਨੂੰ ਮਾਰ ਰਿਹਾ ਹੈ, ਹਮਾਸ, ਹਿਜ਼ਬੁੱਲਾ, ਔਰ ਨਾਲ ਸੀਜ਼ ਫਾਇਰ ਦੀ ਗੱਲ ਹੋ ਰਹੀ ਹੈ ਤੇ ਇਹ ਪੁਆਇੰਟ ਉਠਾਉਂਦੇ ਪਏ ਨੇ ਸਾਡੇ ਬੰਦੇ ਮਾਰੀ ਜਾਂਦੇ ਹੋ ਤੇ ਨਾਲ ਤੁਸੀਂ ਕਹਿੰਦੇ ਹੋਗੇ ਸੀਜ਼ ਫਾਇਰ ਕਰੋ। ਔਰ ਇਜ਼ਰਾਈਲ ਕਿਉਂਕਿ ਜਦੋਂ ਹਮਲਾ ਮਾਰਦਾ ਹੈ ਤੇ ਸਿਵਿਲੀਅਨਸ ਵੀ ਮਰਦੇ ਨੇ, ਆਮ ਲੋਕ ਵੀ ਮਰਦੇ ਨੇ, ਤਾਂ ਉੱਥੇ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਹਮਾਸ ਦੇ ਤੇ ਹਿਜ਼ਬੁੱਲਾ ਦੇ ਲੋਕ ਆਮ ਜਨਤਾ ਦੇ ਵਿੱਚ ਇੱਦਾਂ ਮਿਲੇ ਹੋਏ ਨੇ, ਸਾਨੂੰ ਪਤਾ ਨਹੀਂ ਲੱਗਦਾ, ਜਦੋਂ ਹਮਲਾ ਮਾਰਦੇ ਆ ਉਹਨਾਂ ਦੇ ਨਾਲ ਨਾਲ ਉਗਰਵਾਦੀਆਂ ਦੇ ਨਾਲ ਨਾਲ ਆਮ ਜਨਤਾ ਵੀ ਮਾਰੀ ਜਾਂਦੀ ਹੈ। ਇਹ ਇਜ਼ਰਾਈਲ ਦੀ ਦਲੀਲ ਹੈ। ਮਤਲਬ ਗੱਲਾਂ ਉਹੀ ਬਾਤਾਂ 1 ਸਾਲ ਤੋਂ ਚੱਲਦੀਆਂ ਪਈਆਂ ਨੇ। ਔਰ ਇੱਕ ਗੱਲ ਹੋਰ ਵੀ ਇਹਦੇ 'ਚ ਖਤਰਨਾਕ ਹੈ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੋ ਲੋਕ ਆਮ ਜਨਤਾ ਦੇ, ਆਰਮੀ ਵਾਲਿਆਂ ਦੇ ਹੱਥ ਪੈ ਜਾਂਦੇ ਨੇ, ਆਰਮੀ ਵਾਲੇ ਉਹਨਾਂ ਨੂੰ ਆਪਣੀ ਸ਼ੀਲਡ ਬਣਾ ਕੇ ਇਸਤੇਮਾਲ ਕਰਦੇ ਨੇ, ਆਪਣੀ ਢਾਲ ਬਣਾ ਕੇ ਇਸਤੇਮਾਲ ਕਰਦੇ ਨੇ, ਅੱਗੇ ਉਹਨਾਂ ਨੂੰ ਕਰ ਦਿੰਦੇ ਨੇ, ਪਿੱਛੋਂ ਆਪ ਲੜਦੇ ਨੇ। ਔਰ ਇਹਦੇ ਨਾਲ ਬੱਚਿਆਂ ਦੀ ਜੋ ਹਾਲਤ ਹੈ ਉਹ ਵੀ, ਰੇਪ ਕੇਸਿਸ ਦੀ ਗੱਲ ਅਕਸਰ ਹੁੰਦੀ ਹੈ। ਸੋ ਇਹ ਸਾਰਾ
ਮਾਹੌਲ ਬਣਿਆ ਹੋਇਆ ਹੈ। ਔਰ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਜਿਹੜੀ ਇਹ ਬੋਮਬਸ ਦੇ ਨਾਲ ਅਟੈਕ ਮਾਰੇ ਜਾ ਰਹੇ ਨੇ, ਔਰ ਹੁਣ ਤੱਕ ਜਿੰਨੀ ਤਬਾਹੀ ਇਜ਼ਰਾਈਲ ਨੇ ਕਰ ਦਿੱਤੀ ਹੈ, ਪਹੁੰਚਾ ਦਿੱਤਾ ਹੈ ਗਾਜ਼ਾ ਨੂੰ, ਲੈਬਨਾਨ, ਜਿੱਥੇ ਜਿੱਥੇ ਵੀ ਉਹਨਾਂ ਦੀ ਇਹ ਅਟੈਕਸ ਮਾਰੇ ਨੇ, 1955 ਦੀ ਜੋ ਹਿਸਟਰੀ ਹੈ ਨਾ ਉੱਥੇ ਪਹੁੰਚਾ ਦਿੱਤਾ, ਇੰਨੀ ਤਬਾਹੀ ਕਰ ਦਿੱਤੀ ਹੈ। ਸਕੂਲਸ ਲੈ ਲਓ, ਐਜੂਕੇਸ਼ਨ ਸਿਸਟਮ ਲੈ ਲਓ, ਹਸਪਤਾਲ ਲੈ ਲਓ, ਮਤਲਬ ਜਿੱਥੇ ਕਿਤੇ 1955 ਤੱਕ ਤਰੱਕੀ ਹੋਈ ਸੀ ਨਾ, ਉਨੀ ਕੁ ਤਰੱਕੀ ਤੇ ਲਿਆ ਕੇ ਖੜਾ ਕਰ ਦਿੱਤਾ, ਬਾਕੀ ਸਾਰੇ ਪਿੱਛੇ, ਮਤਲਬ 80-90 ਸਾਲ ਪਿੱਛੇ ਗਰਕ ਕਰਕੇ ਰੱਖ ਦਿੱਤਾ। ਇਹ ਐਕਸਪਰਟਸ ਦਾ ਮੰਨਣਾ ਹੈ, ਹੋ ਸਕਦਾ ਜ਼ਿਆਦਾ ਹੀ ਹੋ ਗਿਆ ਹੋਵੇ। ਸੋ ਇਹ ਸਾਰੀਆਂ ਗੱਲਾਂ ਸਾਨੂੰ ਇਹ ਸਮਝਾਉਂਦੀਆਂ ਨੇ ਕਿ ਇਹਨਾਂ ਅਟੈਕਸ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਇਹ ਇੱਕ ਇੰਟਰਨੈਸ਼ਨਲ ਲਾਅ ਦੀਆਂ ਧੱਜੀਆਂ ਉਡਾਉਣ ਦੀ ਗੱਲ ਹੈ, ਇਹ ਵਾਰ ਕ੍ਰਾਈਮ ਆ। ਔਰ ਐਕਸਪਰਟਸ ਕਹਿੰਦੇ ਨੇ ਕਿ ਜੋ ਲੋਕ ਇਸ ਵਾਰ ਕ੍ਰਾਈਮ ਵਾਸਤੇ ਜ਼ਿੰਮੇਵਾਰ ਨੇ, ਉਹਨਾਂ ਨੂੰ ਜੇਲ੍ਹ 'ਚ ਪਾ ਦੇਣਾ ਚਾਹੀਦਾ। ਇਹ तमाम ਗੱਲਾਂ ਹੋ ਰਹੀਆਂ, ਔਰ ਨਾਲ ਚੱਲ ਰਹੀ ਹੈ ਲੜਾਈ ਯੂਕਰੇਨ ਦੀ, ਰਸ਼ੀਆ ਦੀ, ਔਰ ਇਹਦੇ ਵਿੱਚ ਹੈਲਪ ਮਿਲਦੀ ਪਈ ਆ, ਇੱਕ ਦੂਜੇ ਨੂੰ ਹੈਲਪ ਮਿਲਦੀ ਪਈ ਹੈ। ਜੇ ਯੂਕਰੇਨ ਨੂੰ ਹੈਲਪ ਮਿਲਦੀ ਪਈ ਹੈ, ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਰਿਹਾ ਕਿ ਬਈ ਇਲੈਕਸ਼ਨ ਤੱਕ ਤੂੰ ਠਹਿਰ ਜਾ, ਮਦਦ ਲੈ ਲੈ, ਫਿਰ ਉਸ ਤੋਂ ਬਾਅਦ ਦੇਖਦੇ ਹਾਂ ਕੀ ਕਰਨਾ ਹੈ ਨਵੰਬਰ 5 ਤੋਂ ਬਾਅਦ। ਤੇ ਨਾਲ ਫਿਰ ਮਦਦ ਮਿਲਦੀ ਪਈ ਹੈ ਰਸ਼ੀਆ ਨੂੰ ਵੀ, ਕਿਉਂਕਿ ਹੁਣ ਇਹ ਆਫੀਸ਼ੀਅਲ ਸਟੇਟਮੈਂਟ ਆ ਕਿ ਨਾਰਥ ਕੋਰੀਆ ਦੇ 3000 ਦੇ ਕਰੀਬ ਫੌਜੀ ਰਸ਼ੀਆ ਵਿੱਚ ਨੇ, ਔਰ ਕਿਹਾ ਜਾਂਦਾ ਕਿ ਉਹ ਟ੍ਰੇਨਿੰਗ ਵਾਸਤੇ ਗਏ ਨੇ। ਹੁਣ ਐਕਸਪਰਟਸ ਕਹਿੰਦੇ ਨੇ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਯੂਕਰੇਨ ਦੇ ਵਿੱਚ ਤੈਨਾਤ ਕੀਤਾ ਜਾਏਗਾ ਲੜਾਈ ਵਾਸਤੇ, ਨਾਰਥ ਕੋਰੀਆ ਦੇ ਫੌਜੀਆਂ ਨੂੰ। ਇਹ ਗੱਲ ਹੁਣ ਇੱਥੇ ਖਾਸ ਮਹੱਤਵ ਰੱਖਦੀ ਹੈ ਕਿ ਨਾਰਥ ਕੋਰੀਆ ਇਨਵੋਲਵ ਹੋ ਰਿਹਾ, ਕਿਉਂਕਿ ਇੱਕ ਲੌਬੀ ਜਿਹੜੀ ਗੱਲ ਕਰਦੇ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਸਾਰੇ ਡਿਪਾਰਟਮੈਂਟਸ ਜੋ ਇੰਟੈਲੀਜੈਂਟ ਰਿਪੋਰਟਸ ਲੈ ਕੇ ਆਉਂਦੇ ਨੇ, ਜਾਸੂਸੀ ਦੀਆਂ, ਐਸਪੀਓਨਾਜ, ਸਪਾਈਜ਼, ਇਹ ਕਿ ਲੌਬੀ ਜਿਹੜੀ ਹੈ ਰਸ਼ੀਆ, ਚਾਈਨਾ, ਨਾਰਥ ਕੋਰੀਆ, ਈਰਾਨ, ਇਹਦੇ ਤੋਂ ਖਤਰਾ ਹੈ ਵੈਸਟ ਨੂੰ, ਇਹਦੇ ਤੋਂ ਖਤਰਾ ਹੈ ਪੱਛਮੀ ਦੇਸ਼ਾਂ ਨੂੰ, ਯੂਨਾਈਟਿਡ ਸਟੇਟਸ ਆਫ ਅਮਰੀਕਾ ਨੂੰ। ਹੁਣ ਇੱਥੇ ਇਹ ਲੌਬੀ ਇਕੱਠੀ ਹੁੰਦੀ ਪਈ ਹੈ ਯੁੱਧ ਵਾਸਤੇ। ਇਹ ਵੀ ਸਿਰਦਰਦੀ ਬਣੀ ਹੋਈ ਹੈ ਅਮਰੀਕਾ ਦੀ ਕਿ ਇੱਧਰ ਸਪੋਰਟ ਕਰਦੇ ਪਏ ਹਾਂ ਅਸੀਂ ਯੂਕਰੇਨ ਨੂੰ, ਤੇ ਉਹ ਲੌਬੀ ਇਕੱਠੀ ਹੁੰਦੀ ਪਈ ਹੈ। ਔਰ ਜੇ ਕਿਤੇ ਚਾਈਨਾ ਨੇ ਇੱਧਰ ਹੋਰ ਵੀ ਗਰਮਜੋਸ਼ੀ ਦਿਖਾ ਦਿੱਤੀ, ਉਹਨਾਂ ਨੇ ਵੀ ਆਪਣੀ ਸਪੋਰਟ ਦੇ ਦਿੱਤੀ ਰਸ਼ੀਆ ਨੂੰ, ਦੈਨ ਵਾਟ। ਔਰ ਕਿਹਾ ਇਹ ਵੀ ਜਾਂਦਾ ਕਿ ਹਜੇ ਕਿਤੇ ਨਾ ਕਿਤੇ ਹਥਿਆਰ ਭੇਜੇ ਜਾ ਰਹੇ ਨੇ, ਇਹ ਵੀ ਕਿਹਾ ਜਾਂਦਾ। ਇਜ਼ਰਾਈਲ ਵੱਲੋਂ ਵੀ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਈਰਾਨ ਨੇ ਆਪਣੀਆਂ ਕੁਝ ਮਿਜ਼ਾਈਲਸ ਭੇਜੀਆਂ ਨੇ ਰਸ਼ੀਆ ਨੂੰ। ਸੋ ਇਹ ਸਾਰੀਆਂ ਗੱਲਾਂ, ਇਹ ਕੀ ਮਾਹੌਲ ਪੈਦਾ ਹੁੰਦਾ ਹੈ, ਆਲ ਟੂਗੈਦਰ ਇੱਕ ਡਿਫਰੈਂਟ ਚੀਜ਼ ਆ। ਔਰ ਪੂਰੀ ਦੁਨੀਆ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਸਾਨੂੰ ਇਕੱਠਾ ਹੋਣਾ ਹੀ ਪਏਗਾ, ਤਾਂ ਹੀ ਅਸੀਂ ਇੱਕ ਬੈਟਰ ਫਿਊਚਰ ਕ੍ਰੀਏਟ ਕਰ ਸਕਦੇ ਹਾਂ, ਤਾਂ ਹੀ ਯੂਨਾਈਟਿਡ ਨੇਸ਼ਨਸ ਦਾ ਕੋਈ ਮਤਲਬ ਬਣਦਾ ਜੇ ਅਸੀਂ ਇਕੱਠੇ ਹੋ ਕੇ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਨਾਲ ਅਸੀਂ ਜਿਹੜਾ ਕੁਦਰਤ ਦਾ ਘਾਣ ਕਰਦੇ ਪਏ ਹਾਂ, ਕੁਦਰਤ ਦੇ ਸਾਰੀ ਬਰਬਾਦੀ ਕਰਦੇ ਪਏ ਹਾਂ, ਉਸ ਦੇ ਵੱਲ ਵੀ ਧਿਆਨ ਦੇਣਾ ਪਏਗਾ। ਪਾਣੀ ਇਸ ਵਕਤ ਰਿਸਕ 'ਤੇ ਹੈ ਪੂਰੀ ਦੁਨੀਆ ਦੇ ਵਿੱਚ। ਪਿੱਛੇ ਜੇ ਗੱਲ ਹੋਈ ਸੀ ਕਿ ਅਮਰੀਕਾ ਨੇ ਕੈਨੇਡਾ ਤੋਂ ਪਾਣੀ ਮੰਗਿਆ, ਪਰ ਕੈਨੇਡਾ ਨੇ ਮਨਾ ਕਰ ਦਿੱਤਾ। ਔਰ ਐਕਸਪਰਟਸ ਕਹਿੰਦੇ ਨੇ ਜੇ ਤੀਸਰਾ ਵਿਸ਼ਵ ਯੁੱਧ ਹੁੰਦਾ ਤਾਂ ਹੋ ਸਕਦਾ ਪਾਣੀ ਕਰਕੇ ਹੋਵੇ। ਠੀਕ ਹੈ, ਗੱਲਾਂ ਨੇ, ਐਦਾਂ ਕੋਈ ਵਿਸ਼ਵ ਯੁੱਧ ਤਾਂ ਨਹੀਂ ਹੋਏਗਾ, ਸ਼ਾਇਦ ਹਜੇ ਵੀ ਵਿਸ਼ਵ ਯੁੱਧ ਨਹੀਂ ਹੋਏਗਾ, ਗੱਲਾਂ ਨੇ, ਓਵਰ ਰਿਐਕਟ ਜਦੋਂ ਬੰਦਾ ਕਰਦਾ ਤਾਂ ਇਹ ਚੀਜ਼ਾਂ ਨੇ। ਪਰ ਇਹ ਗੱਲ ਹੈ ਕਿ ਵਾਟਰ ਨੂੰ, ਪਾਣੀ ਨੂੰ ਰਿਸਕ ਹੈ, ਕਿਉਂਕਿ ਗੰਦਾ ਹੋ ਰਿਹਾ ਬੰਬਾਂ ਕਰਕੇ, ਪਤਾ ਨਹੀਂ ਕੈਮੀਕਲਸ, ਐਵਰੀਥਿੰਗ ਜੋ ਵੀ ਅਸੀਂ ਸਾਰੇ ਜਾਣਦੇ ਹਾਂ। ਔਰ ਨਾਲ ਕਾਰਬਨ ਬਹੁਤ ਜ਼ਿਆਦਾ ਹੋ ਚੁੱਕੀ ਹੈ ਦੁਨੀਆ ਦੇ ਵਿੱਚ, ਗ੍ਰੀਨ ਹਾਊਸ ਇਫੈਕਟ, ਦੁਨੀਆ ਦਾ ਟੈਂਪਰੇਚਰ, ਧਰਤੀ ਦਾ ਟੈਂਪਰੇਚਰ ਵੱਧਦਾ ਪਿਆ, ਬਰਫਾਂ ਪਿਘਲਦੀਆਂ ਪਈਆਂ ਨੇ, ਸਮੁੰਦਰ ਦਾ ਲੈਵਲ ਪਾਣੀ ਦਾ ਉੱਤੇ ਹੁੰਦਾ ਪਿਆ। ਔਰ ਜਿਹੜੇ ਮੁਲਕ ਸਮੁੰਦਰਾਂ ਦੇ ਕਿਨਾਰੇ ਵਸੇ ਹੋਏ ਨੇ, ਉਹਨਾਂ ਇਲਾਕਿਆਂ ਨੂੰ ਖਤਰਾ ਹੈ ਕਿ ਪਾਣੀ ਸ਼ਹਿਰਾਂ 'ਚ ਆ ਸਕਦਾ ਜੇ ਇੱਦਾਂ ਹੀ ਪਾਣੀ ਦਾ ਲੈਵਲ ਵੱਧਦਾ ਰਿਹਾ ਔਰ ਗਲੇਸ਼ੀਅਰ ਪਿਘਲਦੇ ਰਹੇ, ਕਿਉਂਕਿ ਗਰਮੀ ਵੱਧਦੀ ਪਈ ਹੈ ਧਰਤੀ ਦੀ। ਔਰ ਇਹਦਾ ਕਾਰਨ ਹੈ ਗ੍ਰੀਨ ਹਾਊਸ ਇਫੈਕਟ, ਕਾਰਬਨ। ਔਰ ਉਹਦੇ ਵਾਸਤੇ ਅਸੀਂ ਇੰਡਸਟਰੀਆਂ ਵੀ ਲਾਈਆਂ ਹੋਈਆਂ ਨੇ ਜਿਹੜੀਆਂ ਇੱਦਾਂ ਦੇ ਕੈਮੀਕਲਸ ਦਾ ਧੂੰਆਂ ਛੱਡਦੀਆਂ ਨੇ, ਜਿਹੜੇ ਗਰਮੀ ਵਧਾਉਂਦੇ ਨੇ। ਓਜ਼ੋਨ ਲੇਅਰ ਖਰਾਬ ਹੁੰਦੀ ਆ। ਬਾਕੀ ਅਸੀਂ ਜਿਹੜੇ ਆਪਣੇ ਯੁੱਧਾਂ ਨਾਲ ਖਰਾਬ ਕਰਦੇ ਹਾਂ ਉਹ ਵੀ ਗੱਲਾਂ ਵਿੱਚ ਨੇ। ਜਿੱਥੇ ਜਿੱਥੇ ਬੰਬ ਡਿੱਗਦੇ ਨੇ, ਜੰਗਲ ਦੇ ਜੰਗਲ ਤਬਾਹ, ਰੀਵਰਸ ਖਤਮ, ਰੀਵਰਸ ਦਾ ਪਾਣੀ ਗੰਦਾ। ਸਮੁੰਦਰ ਦੇ ਵਿੱਚ ਵੀ ਅਸੀਂ ਜਾ ਕੇ ਐਟਮ ਬੰਬ ਦੇ ਅਸੀਂ ਐਕਸਪੈਰੀਮੈਂਟਸ ਕਰਦੇ ਹਾਂ, ਸਮੁੰਦਰ ਦੇ ਅੰਦਰ ਜਾ ਕੇ ਐਟਮ ਬੰਬ ਚਲਾ ਕੇ ਦੇਖਿਆ ਜੀ,
ਉਹਦਾ ਕੀ ਨਤੀਜਾ ਨਿਕਲੇਗਾ। ਤੇ ਉਹਦਾ ਵੀ ਤਾਂ ਅਸਰ ਪੈਂਦਾ ਹੀ ਹੈ, ਮੱਛੀਆਂ ਤੇ ਪੈਂਦਾ ਹੋਏਗਾ, ਹੋਰ ਜੀਵ ਜੰਤੂਆਂ ਤੇ ਪੈਂਦਾ ਹੋਏਗਾ। ਔਰ ਜੇ ਉਹੀ ਉਹ ਮੱਛੀਆਂ ਫੜੀਆਂ ਗਈਆਂ ਔਰ ਉਹੀ ਲੋਕਾਂ ਨੇ ਖਾ ਲਈਆਂ, ਜਿੱਥੇ ਐਟੋਮਿਕ ਐਨਰਜੀ ਜਾਂ ਜੋ ਵੀ, ਖੈਰ ਉਹ ਤਾਂ ਮਾਰੀ ਗਈਆਂ ਹੋਣਗੀਆਂ। ਜੇ ਫਿਰ ਵੀ ਕਿਤੇ ਪਾਣੀ 'ਚ ਕੋਈ ਜ਼ਹਿਰੀਲੀ ਚੀਜ਼ ਹੈ, ਕਿਉਂਕਿ ਮੱਛੀਆਂ ਉੱਥੇ ਰਹਿੰਦੀਆਂ ਨੇ, ਉਹਨਾਂ ਉੱਤੇ ਕੋਈ ਅਸਰ ਹੋ ਗਿਆ, ਤਾਂ ਉਹ ਐਟੋਮਿਕ ਐਨਰਜੀ ਵਾਲਾ ਅਸਰ, ਉਹ ਜ਼ਹਿਰੀਲਾ ਅਸਰ ਉਹ ਮੱਛੀਆਂ ਦੇ ਉੱਤੇ ਹੈ, ਅਤੇ ਉਹ ਮੱਛੀਆਂ ਫੜੀਆਂ ਗਈਆਂ, ਅਤੇ ਜੇ ਪ੍ਰੋਪਰ ਟੈਸਟਿੰਗ ਨਾ ਹੋਈ, ਪਕਾ ਕੇ ਖਾ ਲਈਆਂ ਗਈਆਂ, ਅਤੇ ਫਿਰ ਖਾਣ ਵਾਲਿਆਂ ਦੀ ਸਿਹਤ ਦੇ ਉੱਤੇ ਕੀ ਅਸਰ ਹੋਏਗਾ। ਇਹ ਸਾਰੀਆਂ ਪ੍ਰੋਬਲਮਸ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਇਸੇ ਕਰਕੇ ਯੂਨਾਈਟਿਡ ਨੇਸ਼ਨਸ ਨੇ ਇਸ ਵਾਰ ਵੀ ਆਪਣੀ ਸਬਮਿਟ ਦੇ ਵਿੱਚ ਕਿਹਾ, ਜੋ ਸਾਲਾਨਾ ਹੁੰਦੀ ਆ, ਕਿ ਜਿਹੜੀਆਂ ਸਾਰੀਆਂ ਦੁਨੀਆ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਮਿਲ ਕੇ ਹੱਲ ਕਰੀਏ, ਤਾਂ ਹੀ ਇਹ ਪ੍ਰੋਬਲਮਸ ਹੱਲ ਹੋ ਸਕਦੀਆਂ ਨੇ। ਜਾਂਦੇ ਜਾਂਦੇ ਇੱਕ ਗੱਲ ਟੱਚ ਕਰਦੇ ਹਾਂ, ਜੋ ਕੈਨੇਡਾ ਦੇ ਨਾਲ ਇੰਡੀਆ ਦੇ ਰਿਲੇਸ਼ਨਸ ਨੇ, ਉਹ ਹਜੇ ਤੱਕ ਡਿਪਲੋਮੈਟਿਕਲੀ ਕਿਸੇ ਤਰ੍ਹਾਂ ਸੰਭਲੇ ਹੋਏ ਨੇ, ਪਰ ਹਜੇ ਇੰਨੇ ਸੁਖਾਵੇਂ ਨਹੀਂ ਹੈਗੇ, ਔਰ ਇਹਦਾ ਅਸਰ ਸਿੱਧਾ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਪੈ ਰਿਹਾ ਹੈ। ਔਰ ਕੈਨੇਡਾ ਜੋ ਇੱਕ ਵਕਤ ਇਮੀਗ੍ਰੇਸ਼ਨ ਫਰੈਂਡਲੀ ਸੀ, ਅੱਜ ਆਪਣੀਆਂ ਪਾਲਿਸੀਜ਼ ਚੇਂਜ ਕਰਦਾ ਪਿਆ, ਔਰ ਤਕਰੀਬਨ PR ਦੇ ਵਿੱਚ 21% ਰਿਡਕਸ਼ਨ ਕਰਨ ਦੀ ਸੋਚਦਾ ਪਿਆ ਹੈ। 2025 ਤੋਂ ਇਹ ਲਾਗੂ ਹੋ ਜਾਣਾ। ਸੋ ਡਿਪਲੋਮੈਟਸ ਵੀ ਇੰਡੀਆ ਅਤੇ ਕੈਨੇਡਾ ਨੇ ਇੱਕ ਦੂਜੇ ਦੇ ਭੇਜ ਦਿੱਤੇ ਘਰੋਂ ਘਰੀ, ਵੀ ਜਾਓ। ਡਿਪਲੋਮੈਟਸ ਦੀ ਗੱਲ ਹੋਈ ਹੈ, ਔਰ ਇਹ ਮਾਡਰਨ ਡਿਪਲੋਮੈਸੀ ਦੀ ਇੱਕ ਨਵੀਂ ਪਰਿਭਾਸ਼ਾ ਲੋਕਾਂ ਦੇ ਸਾਹਮਣੇ ਆ ਰਹੀ ਆ। ਔਰ ਇਹਦੇ ਵਿੱਚ ਇਹ ਸਾਰੀਆਂ ਗੱਲਾਂ ਧਿਆਨ ਦੇਣ ਯੋਗ ਉਦੋਂ ਹੋ ਜਾਂਦੀਆਂ ਨੇ, ਜਿਹੜੀਆਂ ਕੈਨੇਡਾ ਦੇ ਜਿਹੜੇ ਭਾਈਵਾਲ ਨੇ, ਬਾਕੀ ਮੁਲਕ, ਉਹ ਇਸ ਸੰਬੰਧ ਨੂੰ ਕਿਸ ਦ੍ਰਿਸ਼ਟੀ ਨਾਲ ਦੇਖਦੇ ਨੇ। ਕਿਉਂਕਿ ਭਾਰਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਬਿਕਾਜ਼ ਇੰਡੀਆ ਇੱਕ ਬਹੁਤ ਵੱਡੀ ਮਾਰਕੀਟ ਹੈ, ਜਿਸ ਨੂੰ ਕੈਪਚਰ ਕਰਨਾ ਹਰ ਮੁਲਕ ਚਾਹੁੰਦਾ ਕਿ ਇਸ ਮਾਰਕੀਟ ਦੇ ਵਿੱਚ ਆਪਣੀਆਂ ਚੀਜ਼ਾਂ ਵੇਚੀਆਂ ਜਾਣ ਔਰ ਪੈਸਾ ਕਮਾਇਆ ਜਾਵੇ, ਮੁਨਾਫਾ ਕਮਾਇਆ ਜਾਵੇ। ਸੋ ਅਮਰੀਕਾ, ਇੰਗਲੈਂਡ, ਬਾਕੀ ਮੁਲਕ ਕੈਨੇਡਾ ਔਰ ਭਾਰਤ ਦੇ ਸੰਬੰਧਾਂ ਨੂੰ ਕਿੱਦਾਂ ਦੇਖਦੇ ਨੇ ਔਰ ਕਿੱਦਾਂ ਠੀਕ ਕਰਨ ਦੀ ਕੋਸ਼ਿਸ਼ ਕਰਦੇ ਨੇ, ਇਹ ਵੀ ਇੱਕ ਨੁਕਤਾ ਹੈ ਜਿਹਦੇ ਉੱਤੇ ਕੰਮ ਹੋ ਰਿਹਾ। ਔਰ ਸ਼ਾਇਦ ਨਵੰਬਰ 5 ਤੋਂ ਬਾਅਦ ਜਦੋਂ ਇਲੈਕਸ਼ਨਸ ਹੋ ਜਾਣਗੀਆਂ, ਉਧਰ ਡਿਊ ਨੇ ਕੈਨੇਡਾ ਦੇ ਵਿੱਚ ਵੀ ਇਲੈਕਸ਼ਨਸ, ਔਰ ਜਸਟਿਨ ਟਰੂਡੋ ਇਸ ਵਕਤ ਬੜੀ ਕਮਜ਼ੋਰ ਸਥਿਤੀ ਦੇ ਵਿੱਚ ਨੇ, ਅਸੀਂ ਸਾਰੇ ਹੀ ਜਾਣਦੇ ਹਾਂ। ਉਧਰ ਵੀ ਇਲੈਕਸ਼ਨਸ ਹੋਣੀਆਂ ਨੇ, ਅਮਰੀਕਾ ਦੀਆਂ ਵੀ ਇਲੈਕਸ਼ਨਸ ਹੋਣੀਆਂ ਨੇ। ਇਹ ਇਲੈਕਸ਼ਨ ਜਿਹੜੀ ਗੇਮ ਹੋਣੀ ਹੈ ਨਾ, ਇਹ ਹੋ ਜਾਵੇ, ਉਸ ਤੋਂ ਬਾਅਦ ਕੀ ਹਾਲਾਤ ਬਣਨਗੇ ਤਾਂ ਪਤਾ ਲੱਗੇਗਾ ਕਿ ਇਹ ਦੁਨੀਆ ਦੀ ਰਾਜਨੀਤੀ ਕਿੱਧਰ ਖੜੀ ਆ, ਅਤੇ ਇਹ ਜਿਹੜੀ ਪਾਵਰ ਸ਼ਿਫਟਿੰਗ ਹੈ ਇਹ ਕਿੱਧਰ ਨੂੰ ਹੋ ਰਹੀ ਆ, ਅਤੇ ਕੀ ਰੂਪ ਬਣਦਾ ਪਿਆ ਨਵੀਂ ਦੁਨੀਆ ਦਾ, ਅਤੇ ਉੱਥੇ ਅਮਰੀਕਨ ਡਾਲਰ ਕਿੱਥੇ ਖੜਾ ਹੈ, ਕਿੱਦਾਂ ਟਰੇਡ ਹੋਏਗਾ, ਕੀ ਰੂਪ ਬਣਦਾ ਪਿਆ ਦੁਨੀਆ ਦੀ ਇਕੋਨਮੀ ਦਾ। ਥੋੜ੍ਹੇ ਦਿਨ ਰਹਿ ਗਏ ਨੇ, ਇਹ ਸਾਰੇ ਖੁਲਾਸੇ ਹੋ ਜਾਣਗੇ, ਸਾਰੇ ਪੱਤੇ ਖੁੱਲ੍ਹ ਜਾਣਗੇ, ਸੱਚਾਈ ਸਾਹਮਣੇ ਆ ਜਾਏਗੀ। ਤੁਸੀਂ ਕੀ ਵਿਚਾਰ ਰੱਖਦੇ ਹੋ ਇਹਨਾਂ ਮੁੱਦਿਆਂ ਦੇ ਉੱਤੇ? ਸਾਨੂੰ ਜ਼ਰੂਰ ਇਨਬਾਕਸ ਕਰੋ ਆਪਣੇ ਵਿਚਾਰ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਇੰਡੀਆ ਇੰਟਰਨੈਸ਼ਨਲ, ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।